ਗੱਲ ਹਰਿਆਣਾ ਦੇ ਵਿੱਚ ਜਾਰੀ ਵਿਵਾਦ ਦੀ ਕਰਾਂਗੇ। ਸੇਵਾ ਸੰਭਾਲ ਨੂੰ ਲੈ ਕੇ ਸ਼ੁਰੂ ਹੋਇਆ ਹੰਗਾਮਾ, ਜਥੇਦਾਰ ਸਾਹਿਬ ਦੀ ਇਸ ਹੰਗਾਮੇ ਦੇ ਵਿੱਚ ਐਂਟਰੀ ਹੋ ਗਈ ਤੇ ਉਹਨਾਂ ਨੇ ਤਾਂ ਸਿੱਧਾ ਬੀਜੇਪੀ ਦੀ ਸਰਕਾਰ ਤੇ ਇਲਜ਼ਾਮ ਲਗਾਉਂਦੇ ਹੋਏ ਜ਼ਿਕਰ ਅੰਗਰੇਜ਼ਾਂ ਦੇ ਸਮੇਂ ਦਾ ਵੀ ਕਰ ਦਿੱਤਾ। ਤਾਂ ਅੱਜ ਚਰਚਾ ਕਿ ਆਖਿਰ ਇਹ ਵਿਵਾਦ ਸੁਲਝੇਗਾ ਕਿਵੇਂ ਤੇ ਕਿ ਵਾਕਈ ਹੀ ਹਰਿਆਣਾ ਦੀ ਸਰਕਾਰ ਦੇ ਵੱਲੋਂ ਜਾਂ ਕਹੀਏ ਕਿ ਬੀਜੇਪੀ ਸਰਕਾਰ ਦੇ ਵੱਲੋਂ ਸਿੱਖ ਮਾਮਲਿਆਂ ਦੇ ਵਿੱਚ ਸਿੱਧੇ ਤੌਰ ਤੇ ਕੋਈ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਜਾਂ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਸਵਾਲ ਤਾਂ ਇਹ ਵੀ ਹੈ ਕਿ ਜੇਕਰ ਹੁਕਮ ਸੁਪਰੀਮ ਕੋਰਟ ਦੇ ਵੱਲੋਂ ਦਿੱਤੇ ਗਏ ਨੇ, ਕਿਉਂਕਿ ਸੁਪਰੀਮ ਕੋਰਟ ਨੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਨੂੰ ਬਰਕਰਾਰ ਰੱਖਿਆ ਸੀ, ਜਿਹੜੀ ਮੁੜ ਵਿਚਾਰ ਪਟੀਸ਼ਨ ਪਾਈ ਗਈ ਸੀ ਉਸ ਨੂੰ ਵੀ ਰੱਦ ਕਰ ਦਿੱਤਾ ਸੀ। ਤਾਂ ਜੇ ਸੁਪਰੀਮ ਕੋਰਟ ਦੇ ਹੁਕਮ ਨੇ ਤਾਂ ਫਿਰ ਹਕੂਮਤ ਯਾਨੀ ਸਰਕਾਰ ਤੇ ਸਵਾਲ ਚੁੱਕ ਕੇ ਹੰਗਾਮਾ ਕਿਉਂ ਹੋ ਰਿਹਾ ਹੈ? ਅੱਜ ਪ੍ਰਾਈਮ ਟਾਈਮ ਦੇ ਵਿੱਚ ਗੱਲ ਸੁਪਰੀਮ ਕੋਰਟ ਦੇ ਹੁਕਮਾਂ ਦੀ, ਹਕੂਮਤ ਦੇ ਉੱਤੇ ਲੱਗ ਰਹੇ ਇਲਜ਼ਾਮਾਂ ਦੀ ਤੇ ਹਰਿਆਣਾ ਦੇ ਵਿੱਚ ਹੋ ਰਹੇ ਹੰਗਾਮੇ ਦੀ। ਕੁਰੂਕਸ਼ੇਤਰ ਦੇ ਗੁਰਦੁਆਰਾ 6ਵੀਂ ਪਾਤਸ਼ਾਹੀ ਵਿੱਚ ਬੀਤੇ ਦਿਨ ਹੋਏ ਹੰਗਾਮੇ ਤੋਂ ਬਾਅਦ ਮੰਗਲਵਾਰ ਨੂੰ ਸ਼੍ਰੋਮਣੀ ਕਮੇਟੀ ਦਾ 7 ਮੈਂਬਰੀ ਵਫਦ ਪਹੁੰਚਿਆ ਤਾਂ ਮਸਲਾ ਠੰਡਾ ਪੈਣ ਦੀ ਥਾਂ ਹੋਰ ਗਰਮਾ ਗਿਆ। ਪੰਥ ਪ੍ਰਚਾਰਕ ਦਾਦੂਵਾਲ ਨੇ ਕਮੇਟੀ ਵਫਦ ਨੂੰ ਉੱਥੋਂ ਆਉਣ ਤੋਂ ਵਰਜਿਆ ਅਤੇ ਕਿਹਾ ਕਿ ਇਸ ਨਾਲ ਮਾਹੌਲ ਹੋਰ ਵਿਗੜੇਗਾ, ਪਰ ਵਫਦ ਫਿਰ ਵੀ ਪਹੁੰਚ ਗਿਆ। ਮਾਹੌਲ ਗਰਮਾਇਆ ਤਾਂ ਹਰਿਆਣਾ ਪੁਲਿਸ ਨੇ ਐਕਸ਼ਨ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਵਫਦ ਨੂੰ ਹੀ ਡਿਟੇਨ ਕਰ ਲਿਆ। ਹਾਲਾਂਕਿ ਕੁਝ ਦੇਰ ਬਾਅਦ ਉਹਨਾਂ ਨੂੰ ਰਿਲੀਜ਼ ਵੀ ਕਰ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਜੋ ਕਦਮ ਚੁੱਕ ਰਹੀ ਹੈ ਉਸ ਦੀ ਵੱਡੀ ਕੀਮਤ ਉਸ ਨੂੰ ਚੁਕਾਣੀ ਪਵੇਗੀ। तो मैं फिर अपील करनी चाहना कि श्रोमणी गुरुद्वारा प्रबंधक कमेटी ਨੂੰ ਕਿ ਉਹ ਨਰੈਣੂ ਮਹੰਤ ਵਾਲਾ ਰੋਲ ਨਾ ਨਿਭਾਓ। ਤੁਸੀਂ ਸਾਡੀਆਂ ਪੱਗਾਂ ਲਾਉਣ ਦਾ ਜਾਂ ਖੂਨ ਖਰਾਬਾ ਕਰਨ ਦੇ ਯਤਨ ਨਾ ਕਰੋ, ਮਾਹੌਲ ਨੂੰ ਖਰਾਬ ਨਾ ਕਰੋ। ਖੁਦ ਪਿਆਰ ਸਤਿਕਾਰ ਦੇ ਨਾਲ ਜਿਹੜੀ ਸੇਵਾ ਸੰਭਾਲ ਆ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਭਾਓ। ਇੱਕ ਬੜੀ ਵੱਡੀ ਇੱਕ ਸੰਸਥਾ ਵਾ, ਇਹਦੀਆਂ ਜ਼ਮੀਨਾਂ ਨੇ, ਇਹਦੇ ਅਧਿਕਾਰੀ ਨੇ, ਇਹਦੇ ਦਫ਼ਤਰ ਨੇ, ਇਹਦਾ ਜਿਹੜਾ ਗੋਲਕ ਆ, ਇਹ ਸਾਰੇ ਕਾਸੇ ਨੂੰ ਤੁਸੀਂ ਜਿੰਦੇ ਤੋੜ ਕੇ ਪ੍ਰਬੰਧ ਬਣਾ ਲੋਗੇ। ਇੱਕ ਸੰਵਿਧਾਨ ਦੇ ਅੰਦਰ ਸਾਨੂੰ ਇੱਕ ਮਾਦਾ, ਜਿੰਨੀ ਦੇਰ ਤੱਕ ਇਹ ਕਾਨੂੰਨ ਦੀ ਧੱਜੀ ਉਡਾ ਰਹੇ ਨੇ ਖੱਟੜ ਸਾਹਿਬ, ਜੇ ਰਾਜ ਹੈ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਜੋ ਮਰਜ਼ੀ ਕਰ ਦਿਓ, ਆਉਣ ਵਾਲੇ ਦਿਨਾਂ 'ਚ ਇਹਦਾ ਜਵਾਬ ਦੇਣਾ ਪਏਗਾ। ਇਸ ਸਭ ਦੇ ਵਿਚਾਲੇ ਮਹੰਤ ਕਰਮਜੀਤ ਸਿੰਘ ਅਤੇ ਬਲਜੀਤ ਸਿੰਘ ਦਾਦੂਵਾਲ ਨੇ ਕੈਥਲ ਵਿੱਚ 2 ਗੁਰਦੁਆਰਿਆਂ ਦਾ ਚਾਰਜ ਸਾਂਭ ਲਿਆ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਹ ਚਾਰਜ ਸ਼ਾਂਤਮਈ ਤਰੀਕੇ ਨਾਲ ਲਿਆ ਗਿਆ। ਇਸ ਸਭ ਦੇ ਵਿਚਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਿਆਨ ਦਿੱਤਾ ਹੈ ਕਿ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਸਾਂਭਣ ਦੀ ਪ੍ਰਕਿਰਿਆ ਟੇਬਲ ਤੇ ਬੈਠ ਕੇ ਵੀ ਨਿਪਟਾਈ ਜਾ ਸਕਦੀ ਸੀ, ਪਰ ਭਾਜਪਾ ਬ੍ਰਿਟਿਸ਼ ਸਰਕਾਰ ਦੀਆਂ ਲੀਹਾਂ ਤੇ ਚੱਲ ਰਹੀ ਹੈ। ਅਸੀਂ ਇੱਥੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਤੇ ਗੁਰਦੁਆਰਾ ਨਿੰਮ ਸਾਹਿਬ ਪਾਤਸ਼ਾਹੀ ਨੌਵੀਂ ਕੈਥਲ ਪਹੁੰਚੇ ਆ, ਜਿਹਦਾ ਪ੍ਰਬੰਧ ਅੱਜ ਅਸੀਂ ਆਪਣੇ ਹੱਥਾਂ ਵਿੱਚ ਲਿਆ ਵਾ। ਔਰ ਮੈਂ ਇੱਕ ਗੱਲ ਹੋਰ ਕਹਿ ਦਿਆਂ, ਇੱਥੇ ਕੋਈ ਤਾਲੇ ਨਹੀਂ ਵੱਢੇ ਗਏ, ਕੋਈ ਤਾਲੇ ਨਹੀਂ ਚੇਂਜ ਕੀਤੇ ਗਏ। ਜੋ ਇੰਸਪੈਕਟਰ ਸ਼੍ਰੋਮਣੀ ਕਮੇਟੀ ਦਾ ਇੱਥੇ ਗੋਲਕ ਗਿਣਨ ਵਾਸਤੇ ਆਇਆ ਸੀ, ਦੇਖੋ ਅਜੇ ਤੱਕ ਵੀ ਨਹੀਂ ਉਹ ਇਸ ਚੀਜ਼ ਦਾ ਖਹਿੜਾ ਛੱਡਦੇ। ਅੱਜ ਵੀ ਇੰਸਪੈਕਟਰ ਚਾਬੀਆਂ ਦੇ ਕੇ ਗੋਲਕਾਂ ਖੋਲਣ ਵਾਸਤੇ ਭੇਜਿਆ ਗਿਆ ਸੀਗਾ ਤੇ ਅੱਜ ਉਸ ਇੰਸਪੈਕਟਰ ਦੇ ਕੋਲੋਂ ਚਾਬੀਆਂ ਜਿਹੜੀਆਂ ਉਹ ਹਰਿਆਣਾ ਕਮੇਟੀ ਨੇ ਲੈ ਲਈਆਂ ਨੇ। ਬਾਕੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਵੀ ਬਹੁਤ ਜਲਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹੱਥਾਂ ਵਿੱਚ ਲਏਗੀ। ਜਿੰਨਾ ਚਿਰ ਭਾਰਤੀ ਸਰਕਾਰ ਜਿਹੜੀ ਹੈ ਭਾਰਤ ਦੀ, ਉਹ ਪਾਰਲੀਮੈਂਟ ਦੇ ਰਾਹੀਂ 1925 ਐਕਟ ਦੇ ਵਿੱਚ ਸੋਧ ਕਰਕੇ ਹਰਿਆਣੇ ਦੇ ਗੁਰਦੁਆਰਿਆਂ ਨੂੰ ਡੀ-ਨੋਟੀਫਾਈ ਨਹੀਂ ਕਰਦੀ, ਉਹਨਾਂ ਚਿਰ ਕੋਈ ਧੱਕੇ ਦੇ ਨਾਲ ਹਰਿਆਣੇ ਦੇ ਗੁਰਦੁਆਰਿਆਂ ਤੇ ਕਾਬਜ਼ ਹੋਵੇ, ਖਾਸ ਤੌਰ ਤੇ ਸਰਕਾਰ ਕਾਬਜ਼ ਹੋਵੇ, ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪੂਰੇ ਸੂਬੇ ਵਿੱਚ ਹਰਿਆਣਾ ਕਮੇਟੀ ਦਾ ਗੁਰੂ ਘਰਾਂ ਵਿੱਚ ਚਾਰ ਸਾਂਭਣ ਦਾ ਸਿਲਸਿਲਾ ਜਾਰੀ ਹੈ। ਉੱਥੇ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਤੋਂ ਚਾਰ ਛੱਡਣ ਦੇ ਲਈ ਤਿਆਰ ਨਜ਼ਰ ਨਹੀਂ ਆ ਰਹੀ, ਪਰ ਇਸ ਦੌਰਾਨ ਪੁਰਾਣੀ ਅਤੇ ਨਵੀਂ ਕਮੇਟੀ ਦੇ ਵਿਚਾਲੇ ਵਧ ਰਿਹਾ ਤਣਾਅ ਇਸ ਪੂਰੇ ਮਾਮਲੇ ਨੂੰ ਕਿਸੇ ਹੋਰ ਪਾਸੇ ਤੋਰਦਾ ਵੀ ਨਜ਼ਰ ਆ ਰਿਹਾ। ਕਿ ਇਸ ਮਾਮਲੇ ਤੇ ਹੋ ਰਹੀ ਸਿਆਸਤ ਤੇ ਠੱਲ ਪਾਈ ਜਾ ਸਕਦੀ ਹੈ, ਇਹ ਪੰਥ ਨੂੰ ਵੀ ਸੋਚਣਾ ਹੋਵੇਗਾ। ਕੈਥਲ ਤੋਂ ਵਿਰੇਂਦਰਪੁਰੀ ਅਤੇ ਬਠਿੰਡਾ ਤੋਂ ਸੂਰਜ ਭਾਨ ਦੇ ਨਾਲ ਕੁਰੂਕਸ਼ੇਤਰ ਤੋਂ ਅਮਨ ਭਾਰਦਵਾਜ ਦੀ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਹੀ ਹੋਵੇਗੀ। ਸਭ ਤੋਂ ਵੱਡਾ ਸਵਾਲ ਇਹ ਹੈ, ਕਿਉਂਕਿ ਧਾਰਮਿਕ ਮੁੱਦਾ ਹੈ, ਤਾਂ ਜੇਕਰ ਇਸ ਦੇ ਵਿੱਚ ਕੋਈ ਤਣਾਅ ਵਾਲੀ ਸਥਿਤੀ ਬਣਦੀ ਹੈ ਜਾਂ ਫਿਰ ਇਸ ਤਰੀਕੇ ਦਾ ਜੋ ਤਸਵੀਰਾਂ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਨਜ਼ਰ ਆਈਆਂ ਉਹ ਨਾ ਬਣਨ, ਤਾਂ ਕਿਵੇਂ ਹੱਲ ਨਿਕਲੇਗਾ ਜਾਂ ਹੱਲ ਹੋ ਕਿਵੇਂ ਸਕਦਾ ਹੈ? ਸੁਪਰੀਮ ਕੋਰਟ ਦੇ ਆਦੇਸ਼ ਨੇ, ਇੱਕ ਪਾਸੇ ਐਡਹੌਕ ਕਮੇਟੀ ਹੈ ਤੇ ਸਭ ਦੇ ਵਿਚਾਲੇ ਇਲਜ਼ਾਮ ਨੇ, ਇਲਜ਼ਾਮ ਕਿ ਵੰਡੀਆਂ ਪਾਉਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਮਹਿਮਾਨ ਸਾਡੇ ਨਾਲ ਜਿਹੜੇ ਜੁੜ ਰਹੇ ਨੇ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾ ਦਈਏ, ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੀ ਜੁੜ ਰਹੇ ਨੇ, ਐਸਜੀਪੀਸੀ ਨੂੰ ਰਿਪਰੈਜ਼ੈਂਟ ਕਰਨਗੇ ਤੇ ਸਾਡੇ ਨਾਲ ਬੀਜੇਪੀ ਤੋਂ
ਕੁਝ ਹੀ ਪਲਾਂ ਦੇ ਵਿੱਚ ਹਰਜੀਤ ਗਰੇਵਾਲ ਜੀ ਜੁੜਨਗੇ ਉਹਨਾਂ ਦੇ ਨਾਲ ਵੀ। ਸਾਡੇ ਨਾਲ ਹਰਜੀਤ ਗਰੇਵਾਲ ਜੀ ਵੀ ਜੁੜ ਚੁੱਕੇ ਨੇ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਤੇ ਇਸ ਦੇ ਨਾਲ ਹੀ ਸਾਡੇ ਨਾਲ ਹਰਮੀਤ ਸਿੰਘ ਕਾਲਕਾ ਜੀ ਵੀ ਜੁੜ ਚੁੱਕੇ ਨੇ, ਪ੍ਰਧਾਨ ਨੇ DSGMC ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਕਾਲਕਾ ਜੀ ਤੁਹਾਡੇ ਤੋਂ ਹੀ, ਕਿਵੇਂ ਦੇਖ ਰਹੇ ਹੋ ਇਸ ਪੂਰੇ ਘਟਨਾਕ੍ਰਮ ਨੂੰ ਜੋ ਹੁੰਦਾ ਹੋਇਆ ਇਸ ਸਮੇਂ ਨਜ਼ਰ ਆ ਰਿਹਾ ਹਰਿਆਣਾ ਦੇ ਵਿੱਚ? ਸਿੱਧੇ ਤੌਰ ਦੇ ਉੱਤੇ SGPC ਤੇ ਦੂਜੇ ਪਾਸੇ ਜਥੇਦਾਰ ਸਾਹਿਬ ਦੀ ਸਟੇਟਮੈਂਟ ਤੁਸੀਂ ਸੁਣੀ ਹੋਏਗੀ, ਉਹ ਕਹਿ ਰਹੇ ਨੇ ਦਖਲਅੰਦਾਜ਼ੀ ਹੈ ਕਿ ਇਹ ਤਾਂ ਬ੍ਰਿਟਿਸ਼ ਜਿਵੇਂ ਰਾਜ ਕਰਦੇ ਸੀ ਉਸੇ ਲੀਹ ਦੇ ਉੱਤੇ ਹਰਿਆਣਾ ਦੀ ਸਰਕਾਰ ਜਾਂ BJP ਸਰਕਾਰ ਤੁਰੀ ਹੋਈ ਹੈ। ਦੇਖੋ, ਮੈਂ ਸਭ ਤੋਂ ਪਹਿਲਾਂ ਤਾਂ ਕੰਡੈਮ ਕਰਦਾ ਜੋ ਕੱਲ ਹੋਇਆ ਉਹ ਹੋਣਾ ਨਹੀਂ ਚਾਹੀਦਾ ਸੀ ਕਿਸੇ ਵੀ ਹਾਲਤ ਵਿੱਚ। ਗੁਰੂ ਘਰ ਦੇ ਵਿੱਚ ਇਸ ਤਰੀਕੇ ਦੇ ਝਗੜੇ ਪ੍ਰਵਾਨ ਨਹੀਂ ਨੇ ਜੀ। ਔਰ ਜਿਹੜੇ ਇਹ ਫੈਸਲੇ ਹੋਣੇ ਨੇ ਗੁਰੂ ਘਰ ਤੋਂ ਬਾਹਰ ਬੈਠ ਕੇ, ਭਾਵੇਂ ਕੋਰਟਾਂ 'ਚ ਹੋਣ ਜਾਂ ਭਾਵੇਂ ਜਿਸ ਤਰੀਕੇ ਵੀ ਹੋਣ, ਜੇ ਕਿਸੇ ਕੋਰਟ ਨੇ ਆਦੇਸ਼ ਦਿੱਤਾ ਤਾਂ ਉਹਨਾਂ ਨੂੰ ਦੋਨੋਂ ਧਿਰਾਂ ਨੂੰ ਮਿਲ ਕੇ ਸਮਝਣਾ ਚਾਹੀਦਾ ਕਿ ਇਹਦੇ ਨਾਲ ਸਿੱਖਾਂ ਦੀ ਆਸਥਾ ਦੇ ਉੱਤੇ ਬੜੀ ਠੇਸ ਪਹੁੰਚਦੀ ਹੈ। ਔਰ ਜਿਹੜੇ ਫੈਸਲੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ। ਜੇ ਇਹ ਰਾਜਨੀਤਿਕ ਤੋਂ ਪ੍ਰੇਰਿਤ ਨੇ ਤੇ ਰਾਜਨੀਤਿਕ ਤੌਰ ਨਾਲ ਇਹਨੂੰ ਹੱਲ ਕੀਤੇ ਜਾਣ, ਜੇ ਕੋਰਟਾਂ ਦੇ ਵਿੱਚ ਗਏ ਨੇ ਤੇ ਕੋਰਟਾਂ ਰਾਹੀਂ ਕੀਤੇ ਜਾਣ। ਮਗਰ ਗੁਰੂ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਹੁੱਲੜਬਾਜ਼ੀ ਕਰਨੀ, ਇਸ ਤਰੀਕੇ ਦੇ ਨਾਲ ਆ ਕੇ ਧੱਕਾ ਮੁੱਕੀਆਂ ਨਾਲ, ਇਹਦੇ ਨਾਲ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੀ ਬੇਦਬੀ ਹੁੰਦੀ ਹੈ ਔਰ ਨਾਲ ਹੀ ਸੰਗਤਾਂ ਦੇ ਵਿੱਚ ਵੀ ਬੜਾ ਵੱਡਾ ਇਹਦਾ ਰੋਸ ਹੋਇਆ ਜੀ। ਮੈਂ ਹਰਜੀਤ ਗਰੇਵਾਲ ਜੀ ਦਾ ਇੱਕ ਵਾਰ ਰੁਕ ਕਰਦਾ। ਗਰੇਵਾਲ ਸਾਹਿਬ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਹੀ ਹੋਏਗੀ। ਸਵਾਲ ਹੈ ਕਿ ਜਥੇਦਾਰ ਸਾਹਿਬ ਕਹਿ ਰਹੇ ਨੇ ਕਿ ਬ੍ਰਿਟਿਸ਼ ਜਿਵੇਂ ਅੰਗਰੇਜ਼ ਹਕੂਮਤ ਕਰਦੇ ਸੀ ਉਸ ਤਰੀਕੇ ਨਾਲ BJP ਰਿਐਕਟ ਕਰ ਰਹੀ ਹੈ। ਦੇਖੋ, ਜਥੇਦਾਰ ਸਾਹਿਬ ਨੂੰ ਘੱਟੋ ਘੱਟ ਇਸ ਵਿਵਾਦ 'ਚ ਨਹੀਂ ਪੈਣਾ ਚਾਹੀਦਾ। ਉਹਦਾ ਕਾਰਨ ਕਿ ਜਿਸ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਕੰਮਕਾਜ ਚਲਾ ਰਹੀ ਹੈ ਔਰ ਇਸੇ ਤਰ੍ਹਾਂ ਹੀ ਨਾਂਦੇੜ ਸਾਹਿਬ ਦਾ ਵੀ ਬੋਰਡ ਹੈ, ਇਸੇ ਤਰ੍ਹਾਂ ਹੀ ਪਟਨਾ ਸਾਹਿਬ ਦਾ ਬੋਰਡ ਆ। ਇਹ ਵੀ ਪਹਿਲੀ ਗੱਲ ਤਾਂ ਭਾਜਪਾ ਦੇ ਖਿਲਾਫ ਬੋਲਦੇ ਆ, ਉਹ ਨਹੀਂ ਬੋਲਣਾ ਚਾਹੀਦਾ ਕਿਉਂਕਿ ਇਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਰਮਾਣ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਨੇ ਕੀਤਾ, ਜਿਹੜੀ ਕਾਂਗਰਸ ਦੀ ਸੀ। ਉਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ 'ਚ SGPC ਗਈ ਹੈ, ਅਸੀਂ ਤਾਂ ਨਹੀਂ ਗਏ, ਤੇ SGPC ਦੇ ਉਸ ਤੇ ਜੱਜਮੈਂਟ ਆਈ ਹੈ ਤੇ ਉਹਨੂੰ ਮਾਨਤਾ ਦਿੱਤੀ ਗਈ ਆ ਕਿ ਅਦਾਲਤਾਂ ਦਾ ਵੀ ਆਦੇਸ਼ ਨਹੀਂ ਮੰਨਿਆ ਜਾਊਗਾ। ਤੇ ਇਹਦੇ 'ਚ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਤਾਂ ਸਾਡੀ ਉਹ ਜਿਹੜੀ ਪਵਿੱਤਰ ਜਗ੍ਹਾ ਹੈਗੀ ਆ, ਸਥਾਨ ਹੈ ਸ਼੍ਰੀ ਅਕਾਲ ਤਖਤ ਸਾਹਿਬ, ਉਹ ਵੀ ਵਿਵਾਦਾਂ 'ਚ ਪੈਂਦਾ। ਜਾਣ-ਬੁੱਝ ਕੇ ਅਕਾਲੀ ਦਲ ਆਪਣੇ ਫਾਇਦੇ ਉਠਾਉਣ ਵਾਸਤੇ ਉਸ ਨੂੰ ਵਿਵਾਦਾਂ 'ਚ ਪਾਉਂਦੇ ਆ। ਇਹ ਨਹੀਂ ਪੈਣਾ ਚਾਹੀਦਾ। ਔਰ ਮੈਂ ਇਹ ਸਮਝਦਾ ਕਿ ਜਿਹੜਾ ਵੀ ਅਗਰ ਉੱਥੋਂ ਦਾ ਲਿਆ ਫੈਸਲਾ ਲਿਆ, ਇਹ ਹਰਿਆਣਾ ਦੇ ਸਿੱਖਾਂ ਦੀ ਡਿਮਾਂਡ ਸੀ ਔਰ ਹੁਣ ਵੀ ਉੱਥੋਂ ਦੇ ਸਿੱਖ ਹੀ ਨੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਨੇ, ਉਹ ਚਲਾਉਂਦੇ ਆ। ਇਹਦੀਆਂ ਚੋਣਾਂ ਵੀ ਹੋ ਜਾਣੀਆਂ ਨੇ। ਉਸ ਤੋਂ ਬਾਅਦ ਜਿਹੜੇ ਦੇਖੋ SGPC ਕਹਿੰਦੀ ਹੈ ਸਿੱਧੀ ਦਖਲਅੰਦਾਜ਼ੀ ਹੈ ਇਸ ਸਮੇਂ ਸਰਕਾਰ ਦੀ ਗੁਰੂ ਘਰਾਂ ਦੇ ਪ੍ਰਬੰਧਾਂ ਦੇ ਵਿੱਚ। ਇੱਕ ਮਿੰਟ, ਕੋਈ ਦਖਲਅੰਦਾਜ਼ੀ ਨਹੀਂ। ਜੇ ਤਾਂ ਸਰਕਾਰ ਆਪਦੇ ਹੱਥ 'ਚ ਪ੍ਰਬੰਧ ਲੈਂਦੀ ਹੋਵੇ, ਜੇ ਸਰਕਾਰੀ ਲੋਕ ਬੈਠਦੇ ਹੋਣ ਉਹਨਾਂ ਸਥਾਨਾਂ ਤੇ, ਫਿਰ ਤਾਂ ਸਰਕਾਰ ਨੂੰ ਕਹਿਣ, ਤੇ ਨਹੀਂ ਤਾਂ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਨੇ, ਝਗੜੇ ਆਪਣੇ ਨੇ, ਉਹਨਾਂ ਦਾ ਹੱਲ ਕਰ ਨਹੀਂ ਸਕਦੇ। ਤੇ ਕੌਮ ਨੂੰ ਝਗੜਾਲੂ ਕਿਹਨੇ ਬਣਾਇਆ? ਜਦੋਂ ਕੁਝ ਪਰਿਵਾਰਾਂ ਦਾ ਕਬਜ਼ਾ ਹੋਊਗਾ, ਉਹ ਆਪਣੀ ਗੱਲ ਕਰਨਗੇ ਤਾਂ ਲੋਕਾਂ 'ਚ ਨਿਰਾਸ਼ਾ ਹੁੰਦੀ ਹੈ। ਤੇ ਇਸ ਲਈ ਜਿਹੜਾ ਖਾਲਸਾ ਹੈਗਾ ਉਹ ਕਿਸੇ ਇੱਕ ਪਰਿਵਾਰ ਦਾ ਨਹੀਂ ਹੈ, ਇੱਕ ਵਰਗ ਦਾ ਨਹੀਂ ਹੈ, ਇੱਕ ਜਾਤੀ ਦਾ ਨਹੀਂ ਹੈ, ਉਹ ਤਾਂ ਸਾਰਿਆਂ ਦਾ ਹੈਗਾ। ਤੇ ਇਸ ਲਈ ਮੈਂ ਇਹਨਾਂ ਨੂੰ ਇਹੀ ਪ੍ਰਾਰਥਨਾ ਕਰਦਾ ਕਿ ਹੁਣ ਵੀ ਕੌਮ ਦਾ ਤੁਸੀਂ ਜਿਸ ਤਰ੍ਹਾਂ ਨਾਲ ਪੂਰੀ ਦੁਨੀਆ ਨੂੰ ਦਿਖਾ ਰਹੇ ਹੋ ਝਗੜੇ ਕਰਕੇ, ਇਹ ਨਾ ਦਿਖਾਓ ਔਰ ਜਿਹੜਾ ਕੋਰਟ ਦਾ ਆਦੇਸ਼ ਆ ਉਹਨੂੰ ਮੰਨੋ। ਤੇ ਜਦੋਂ ਕੋਰਟ 'ਚ ਦੁਬਾਰਾ ਚਾਰਾਜੋਈ ਕਰ ਲਓ, ਨਹੀਂ ਤਾਂ ਕੋਰਟ ਜਾਣ ਨੂੰ ਅਸੀਂ ਤਾਂ ਨਹੀਂ ਸੀ ਕਿਹਾ। ਅਦਾਲਤ ਗਏ ਨੇ, ਅਦਾਲਤ ਤੋਂ ਫੈਸਲਾ ਲਿਆ ਇਹਨੇ, ਅਸੀਂ ਤਾਂ ਕਿਹਾ ਨਹੀਂ ਸੀਗਾ। ਮੈਂ ਗਰੇਵਾਲ ਸਾਹਿਬ ਜੀ ਮੈਂ ਗੁਰਚਰਨ ਗਰੇਵਾਲ ਜੀ ਦਾ ਰੁਖ ਕਰਾਂ, ਪਰ ਉਸ ਤੋਂ ਪਹਿਲਾਂ ਹਰਜੀਤ ਗਰੇਵਾਲ ਜੀ, ਸਟੇਟਮੈਂਟ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਕਿ ਜਥੇਦਾਰ ਸਾਹਿਬ ਨੂੰ ਨਹੀਂ ਇਸ ਮਾਮਲੇ 'ਚ ਪੈਣਾ ਚਾਹੀਦਾ ਸੀ, ਕਿਉਂਕਿ ਸਿੱਖਾਂ ਦੇ ਨਾਲ ਜੁੜਿਆ ਹੋਇਆ ਮਸਲਾ, ਤੇ ਜਥੇਦਾਰ ਸਾਹਿਬ ਤਾਂ ਉਸ ਦੇ ਉੱਪਰ ਗੱਲ ਕਰ ਸਕਦੇ ਆ। ਜੇ ਗੁਰੂ ਘਰ ਦੇ ਅੰਦਰ ਵਿਵਾਦ ਹੋਇਆ ਹੈ ਤਾਂ ਉਹਨਾਂ ਦੇ ਵੱਲੋਂ ਸਟੇਟਮੈਂਟ ਤੁਹਾਨੂੰ ਕਿਉਂ ਲੱਗ ਰਿਹਾ ਕਿ ਇਸ ਪੂਰੇ ਵਿਵਾਦ ਦੇ ਵਿੱਚ ਉਹਨਾਂ ਨੂੰ ਨਹੀਂ ਪੈਣਾ ਚਾਹੀਦਾ? ਨਹੀਂ, ਉਹਨਾਂ ਨੂੰ ਵਿਵਾਦਤ ਬਣਾਉਣ ਦੀ ਕੋਸ਼ਿਸ਼ ਆ, ਇਹ ਨਹੀਂ ਹੋਣੀ ਚਾਹੀਦੀ ਇਹਨਾਂ ਸਟੇਟਮੈਂਟਸ ਨਾਲ, ਕਿਉਂਕਿ ਇਹ ਮਾਨਯੋਗ ਅਦਾਲਤ ਦਾ, ਸੁਪਰੀਮ ਕੋਰਟ ਦਾ ਫੈਸਲਾ, ਉਸ ਦੇ ਆਦੇਸ਼ ਮੁਤਾਬਕ ਹੋ ਰਿਹਾ। ਇਹ ਕੋਈ ਸਰਕਾਰ ਜਾਂ ਕੋਈ BJP ਦਾ ਤੇ ਇਹਦੇ 'ਚ ਕੁਝ ਲੈਣਾ ਦੇਣਾ ਨਹੀਂ। ਜਿਸ ਤਰ੍ਹਾਂ ਦਾ BJP ਤੇ ਹਮਲਾ ਕਰਦੇ ਆ, ਅਸੀਂ ਤਾਂ ਕਿਸੇ ਵੀ, ਨਾ ਤਾਂ ਅਸੀਂ ਇਹਨਾਂ ਦੀ ਚੋਣਾਂ ਲੜਨੀਆਂ ਨੇ, ਨਾ ਅਸੀਂ SGPC ਦੀਆਂ ਚੋਣਾਂ ਲੜਨੀਆਂ ਨੇ, ਨਾ ਅਸੀਂ ਉਹਦੇ 'ਚ ਦਖਲ ਦੇਣਾ। ਅਸੀਂ ਤਾਂ ਇੱਕ ਰਾਜਨੀਤਿਕ ਦਲ ਆ, ਉਸ ਹਿਸਾਬ ਨਾਲ ਚੱਲਣਾ। ਤੇ ਇਹ ਇਸ ਤਰ੍ਹਾਂ ਦੀ ਗੱਲ ਕਰਨਾ, ਅਸੀਂ ਕਿਸੇ ਵੀ ਧਰਮ ਦੇ ਮਾਮਲਿਆਂ 'ਚ ਇੱਦਾਂ ਦਖਲ ਨਹੀਂ ਦਿੰਦੇ, ਨਾ ਅਸੀਂ ਚੋਣਾਂ ਲੜਦੇ ਹਾਂ ਐਜ਼ ਏ ਪੋਲੀਟੀਕਲ ਪਾਰਟੀ।
ਠੀਕ ਹੈ। ਤੇ ਇਹ ਤਾਂ ਅਕਾਲੀ ਦਲ ਲੜਦਾ ਹੈਗਾ, ਉਹਨੂੰ ਗੱਲ ਜੀ। ਕਹਿਣ, ਜੋ ਵੀ ਡਾਇਰੈਕਸ਼ਨ ਦੇਣੀ ਹੈ ਉਹਨਾਂ ਨੂੰ ਦੇਣ, ਸਾਨੂੰ ਨਾ ਦੇਣ। ਇੱਥੇ ਵੀ ਜਿਹੜੇ ਨੇ ਉਹ ਅਕਾਲੀ ਦਲ ਦੇ ਹੀ ਲੋਕ ਨੇ ਸਾਰੇ, ਉੱਧਰ ਵੀ ਤੇ ਉੱਧਰ ਵੀ। ਅਕਾਲੀ ਦਲ ਚੋਂ ਟੁੱਟ ਕੇ ਦੂਸਰਾ ਦਲ ਬਣ ਜਾਂਦਾ, ਦੂਸਰੇ ਚੋਂ ਟੁੱਟ ਕੇ ਦੂਸਰਾ ਬਣ ਜਾਂਦਾ। ਬੀਜੇਪੀ ਦਾ ਕੋਈ ਦਲ ਨਹੀਂ ਬਣਾ ਰਹੀ ਇੱਥੇ, ਨਾ ਅਸੀਂ ਉਹਨਾਂ ਚੋਣਾਂ 'ਚ ਪਾਰਟਿਸਿਪੇਟ ਕਰਨੇ। ਇਸ ਕਰਕੇ ਉਹਨਾਂ ਨੂੰ ਸਾਡੇ ਬਾਰੇ ਇਸ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ। ਤੇ ਜਥੇਦਾਰ ਸਾਹਿਬ ਦਾ ਸਤਿਕਾਰ ਆ ਸਾਡੇ ਵੱਲੋਂ ਪੂਰਾ, ਤੇ ਉਹਨਾਂ ਨੂੰ ਵਿਵਾਦਤ ਬਣਾਉਣ ਦੀ ਆਪਣੇ ਇੰਟਰਸਟ ਲਈ ਇਹ ਕੋਸ਼ਿਸ਼ ਨਾ ਕੀਤੀ ਜਾਵੇ। ਅਸੀਂ ਫਿਰ ਇਹ ਕਹਿੰਦੇ ਹਾਂ। ਠੀਕ ਹੈ, ਮੈਂ ਗਰੇਵਾਲ ਸਾਹਿਬ ਤੁਹਾਡੇ ਕੋਲ ਵਾਪਸ ਆਉਣਾ। ਮੈਂ ਗੁਰਚਰਨ ਗਰੇਵਾਲ ਜੀ ਦਾ ਰੁਖ ਕਰਦਾ, ਐਸਜੀਪੀਸੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਗੁਰਚਰਨ ਜੀ, ਜਥੇਦਾਰ ਸਾਹਿਬ ਦੀ ਸਟੇਟਮੈਂਟ ਤੁਸੀਂ ਕਿਵੇਂ ਸਮਝ ਰਹੇ ਹੋ ਐਸਜੀਪੀਸੀ? ਕਿਉਂਕਿ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਆਪਾਂ ਅੰਗਰੇਜ਼ਾਂ ਦਾ ਜ਼ਿਕਰ ਕਰ ਦਈਏ, ਅੰਗਰੇਜ਼ੀ ਹਕੂਮਤ ਦਾ ਜ਼ਿਕਰ ਕਰ ਦਈਏ। ਪੂਰਾ ਦੇਸ਼ ਜਾਣਦਾ ਹੈ ਕਿ ਜਦੋਂ ਅੰਗਰੇਜ਼ ਇੱਥੇ ਹਕੂਮਤ ਸਾਡੇ ਦੇਸ਼ ਦੇ ਉੱਪਰ ਕਰ ਰਹੇ ਸੀ ਤਾਂ ਕਿਵੇਂ ਅਸੀਂ ਗੁਲਾਮ ਰਹੇ ਹਾਂ ਕਈ ਸਦੀਆਂ ਤੱਕ। ਤਾਂ ਉਹ ਉਸ ਦਾ ਜ਼ਿਕਰ ਹੋਇਆ ਤੇ ਬੀਜੇਪੀ ਕਹਿ ਰਹੀ ਹੈ ਕਿ ਨਹੀਂ, ਇਹ ਨਹੀਂ ਹੋਣਾ ਚਾਹੀਦਾ ਸੀ, ਇਹ ਵਿਵਾਦ ਨੂੰ ਹਵਾ ਦੇ ਰਹੇ। ਮੈਂ ਨਾ ਜੀ ਭਰੇ ਮਨ ਨਾਲ ਗਰੇਵਾਲ ਸਾਹਿਬ ਦਾ ਮੈਂ ਸਤਿਕਾਰ ਕਰਦਾ, ਪਰ ਕਿਉਂ ਇੰਨਾ ਆਪਣੀ ਪਾਰਟੀ ਦੇ ਇੰਨੇ ਮੁੱਦਾ ਇੰਨੇ ਮਸਲੇ ਤੇ ਕਿਉਂ ਗੁਲਾਮ ਹੋ ਜਾਂਦੇ ਨੇ ਕਿ ਸੱਚ ਨਹੀਂ ਬੋਲ ਸਕਦੇ? ਕਾਲਕਾ ਜੀ ਤਾਂ ਸੱਚ ਬੋਲਣੀ ਨਹੀਂ। ਕਾਲਕਾ ਜੀ ਨੇ ਕੱਲ ਦੀ ਘਟਨਾ ਦਾ ਜ਼ਿਕਰ ਜ਼ਰੂਰ ਕੀਤਾ, ਪਰਸੋਂ ਦੀ ਦਾ ਨਹੀਂ ਕੀਤਾ। ਕਿ ਗੋਲਕ ਨੂੰ ਕਿਵੇਂ ਆਰੀ ਨਾਲ ਕੱਟਿਆ ਗਿਆ, ਕਿਸ ਤਰ੍ਹਾਂ ਦਾ ਉੱਥੇ ਮਾਹੌਲ ਪੈਦਾ ਕੀਤਾ ਗਿਆ, ਕਿਵੇਂ ਉੱਥੇ ਬੇਅਦਬੀ ਹੋਈ, ਕਿਵੇਂ ਪੁਲਿਸ ਜੁੱਤੀਆਂ ਲੈ ਕੇ ਅੰਦਰ ਵੜੀ, ਸਾਰਾ ਮੀਡੀਆ ਦੇ ਵਿੱਚ ਹੈਗਾ। ਕਾਲਕਾ ਜੀ ਇਹ ਨਹੀਂ ਕਰਨਗੇ ਕਿਉਂਕਿ ਇਹ ਬੀਜੇਪੀ ਨੂੰ ਚੈਲੰਜ ਹੋਏਗਾ, ਇਸ ਕਰਕੇ ਉਹ ਨਹੀਂ ਕਰਨਗੇ। ਮੈਂ ਇਸ ਕਰਕੇ ਇਸ ਵਿਵਾਦ ਨਹੀਂ ਪੈਣਾ। ਹੁਣ ਗਰੇਵਾਲ ਸਾਹਿਬ ਬਾਰ-ਬਾਰ ਇੱਕ ਗੱਲ ਕਰ ਰਹੇ ਨੇ, ਬਾਰ-ਬਾਰ। ਮੈਂ ਗਰੇਵਾਲ ਸਾਹਿਬ, ਅਸੀਂ ਤੁਹਾਡੀ ਗੱਲ ਨਾਲ ਹੀ ਸਹਿਮਤ ਹਾਂ। ਤੁਸੀਂ ਕਹਿੰਦੇ ਹੋ ਕਿ ਸੁਪਰੀਮ ਕੋਰਟ ਨੇ ਫੈਸਲਾ ਕਰਤਾ, ਕਾਲਕਾ ਜੀ ਕਹਿੰਦੇ ਸੁਪਰੀਮ ਕੋਰਟ ਨੇ ਫੈਸਲਾ ਕੀਤਾ, ਅਸੀਂ ਤੁਹਾਡਾ ਹੀ ਮੰਨ ਲੈਂਦੇ ਹਾਂ, ਭਾਵੇਂ ਕਿ ਉਹ ਫੈਸਲਾ ਇੱਕ ਤਰਫਾ ਵਾ। ਉਹ ਤੁਹਾਡੇ ਕਾਨੂੰਨ ਨੂੰ ਤੁਸੀਂ ਆਪ ਤੋੜ ਰਹੇ ਹੋ। ਤੁਹਾਡੀ ਵਿਧਾਨ ਸਭਾ ਜਿਹੜੀ ਪਾਰਲੀਮੈਂਟ ਆ ਉਹਦੀ ਤੋਹੀਨ ਤੁਸੀਂ ਕਰ ਰਹੇ ਹੋ, ਕਿਉਂਕਿ ਤੁਸੀਂ ਦੇਸ਼ ਦੇ ਵਿੱਚ ਰਾਜ ਕਰ ਰਹੇ ਹੋ। ਤੁਹਾਡੇ ਖੱਟੜ ਸਾਹਿਬ ਹਰਿਆਣੇ 'ਚ ਰਾਜ ਕਰ ਰਹੇ ਨੇ, ਇੱਕੋ ਹੀ ਪਾਰਟੀ ਆ। ਹੁਣ ਮੈਂ ਇਹ ਗੱਲ ਕਰਦਾ ਕਿ ਤੁਸੀਂ ਬਾਰ-ਬਾਰ ਕਹਿੰਦੇ ਹੋ ਸੁਪਰੀਮ ਕੋਰਟ, ਅਸੀਂ ਤਾਂ ਕਹਿੰਦੇ ਆ ਸੁਪਰੀਮ ਕੋਰਟ ਆ ਪੜ੍ਹੋ। ਸੁਪਰੀਮ ਕੋਰਟ ਜਿਹੜਾ ਕੁਝ ਕਹਿ ਰਹੀ ਆ, ਪੜ੍ਹੋ। ਜੇ ਪੜ੍ਹਨ ਦੀ ਹਿੰਮਤ ਹੈ, ਸੁਪਰੀਮ ਕੋਰਟ ਨੇ ਕਿਹਾ ਕਿ ਇੱਥੇ ਇਲੈਕਸ਼ਨ ਕਰਾਈ ਜਾਵੇ, ਇੱਥੇ ਜਿਹੜੇ ਅੰਮ੍ਰਿਤਧਾਰੀ ਲੋਕ ਆ ਉਹ ਇਲੈਕਸ਼ਨ ਲੜਨ ਤੇ ਅੰਮ੍ਰਿਤਧਾਰੀ ਲੋਕ ਇਹਨੂੰ ਵੋਟਾਂ ਪਾਉਣ, ਸਪੈਸ਼ਲ ਮੈਂਸ਼ਨ ਕੀਤਾ ਗਿਆ। ਜੇ ਤੁਸੀਂ ਇਹ ਗੱਲ ਕਹਿੰਦੇ ਹੋ ਤਾਂ ਮੈਂ ਪੜ੍ਹ ਕੇ ਸੁਣਾ ਦਿੰਦਾ, ਤੁਹਾਨੂੰ ਮੈਂ WhatsApp ਕਰ ਦਿੰਦਾ। ਕਿਉਂ ਤੁਸੀਂ ਗੁੰਮਰਾਹ ਕਰ ਰਹੇ ਹੋ ਸਿੱਖਾਂ ਨੂੰ? ਫਿਰ ਤੁਸੀਂ ਜਥੇਦਾਰ ਸਾਹਿਬ ਦੀ ਗੱਲ ਕਰਦੇ ਹੋ। ਜੇ ਜਥੇਦਾਰ ਸਾਹਿਬ ਸਿੱਖਾਂ ਦੇ ਮਸਲੇ ਵਿੱਚ ਕੋਈ ਆਪਦਾ ਵਿਚਾਰ ਨਹੀਂ ਦੇਣਗੇ ਤਾਂ ਜਥੇਦਾਰੀ ਕਾਹਦੀ ਆ? ਠੀਕ ਹੈ, ਗੱਲ ਉਹਨਾਂ ਨੇ ਜਥੇਦਾਰ ਸਾਹਿਬ ਨੇ ਕਹੀ ਹੈ ਨਾ ਅੰਗਰੇਜ਼ਾਂ ਵਾਲੀ, ਤੇ ਮੈਂ ਕਹਿੰਦਾ ਵੀ ਅੰਗਰੇਜ਼ਾਂ ਤੋਂ ਵੀ ਵੱਧ ਜੇ ਕੋਈ ਮਾੜਾ ਬੰਦਾ ਜਿਹਨੇ ਸਿੱਖਾਂ ਦੇ ਤਸ਼ੱਦਦ ਚ ਆਇਆ ਹੋਵੇ ਤੇ ਮੈਂ ਤਾਂ ਕਹਿੰਦਾ ਉਹਦਾ ਨਾਂ ਲੈਣਾ ਵੀ ਜਾਇਜ਼ ਹੈ। ਮੈਂ ਅੱਜ ਉੱਥੇ ਜਾ ਕੇ ਆਇਆ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ 5 ਮੈਂਬਰੀ ਵਫਦ ਗਿਆ ਸੀ। ਸਭ ਤੋਂ ਪਹਿਲਾਂ ਤਾਂ ਸਾਨੂੰ ਸੜਕ ਤੇ ਹੀ ਇਹਨਾਂ ਦੀ ਫੋਰਸ ਨੇ, ਗਰੇਵਾਲ ਸਾਹਿਬ ਖਿਆਲ ਰੱਖਿਓ, ਤੁਹਾਡਾ ਮੈਂ ਜ਼ਿਕਰ ਦੱਸਦਾ, ਤੁਹਾਡੀ ਫੋਰਸ ਨੇ ਸੜਕ ਤੇ ਰੋਕ ਲਿਆ, ਕਹਿੰਦੇ ਜੀ ਜਾਣ ਨਹੀਂ ਦੇਵਾਂਗੇ ਗੁਰਦੁਆਰਾ ਸਾਹਿਬ। ਅਸੀਂ ਕਿਹਾ ਜੀ ਚਲੋ ਠੀਕ ਆ, ਜਾਣ ਨਹੀਂ ਦੇ, ਗ੍ਰਿਫਤਾਰ ਕਰ ਲਓ। ਚਲੋ ਉੱਥੇ ਕਾਫੀ ਸੰਗਤ ਆਈ ਤੇ ਹੋਰ ਸਾਰੇ ਇਸ ਗੱਲ ਦਾ ਮਸਲਾ ਬਣਿਆ ਕਿ ਸਿਰਫ 5 ਬੰਦੇ ਜਾਣਗੇ ਜੀ। ਚਲੋ 5 ਦੇ ਨਾਲ 7 ਬੰਦੇ ਚਲੇ ਗਏ। ਅਸੀਂ ਗੁਰਦੁਆਰਾ ਸਾਹਿਬ ਗਏ ਤੇ ਗੁਰਦੁਆਰਾ ਸਾਹਿਬ, ਗਰੇਵਾਲ ਸਾਹਿਬ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਕਿ ਤੁਹਾਡੀ ਖੱਟੜ ਸਾਹਿਬ ਦੀ ਪੁਲਿਸ, ਉੱਥੇ ਜਿਹੜੇ ਉੱਥੇ ਮੁਲਾਜ਼ਮ ਸੀ ਸਾਰੇ ਕਮਰਿਆਂ 'ਚ ਬੈਠੇ ਸੀ, ਸਾਰੇ ਗੁਰਦੁਆਰੇ ਦੇ ਵਿੱਚ ਤੁਹਾਡੀ ਪੁਲਿਸ ਸਿਵਲ ਵਰਦੀ ਸੀਗੀ। ਜਿਹੜੀ ਸਾਡੇ ਨਾਲ ਗਏ ਬੰਦਿਆਂ ਦੇ ਗਲ ਪਈ, ਉਹਦਾ ਵੀਡੀਓ ਅਸੀਂ ਰਿਕਾਰਡ ਕਰ ਲਿਆ। ਉਹਦੀ ਸ਼ਿਕਾਇਤ ਅਸੀਂ ਐਸਪੀ ਨੂੰ ਦੇ ਕੇ ਆਏ ਆ। ਐਸਪੀ ਨੇ ਮੰਨਿਆ ਕਿ ਇਹ ਸਾਡਾ ਮੁਲਾਜ਼ਮ ਸੀ। ਹੁਣ ਮੈਨੂੰ ਦੱਸੋ ਤੁਸੀਂ ਕਿੱਥੇ ਕਹਿੰਦੇ ਹੋ ਵੀ ਜੀ ਖੱਟੜ ਸਾਹਿਬ ਦੀ ਇਨਵੋਲਵਮੈਂਟ ਨਹੀਂ ਹੈਗੀ? ਇਹ ਗੱਲਾਂ ਅਸੀਂ ਸਮਝਦੇ ਹਾਂ ਸਾਰਾ ਕੁਝ। ਜੋ ਕੁਝ ਅੱਜ ਉੱਥੇ ਹਾਲਾਤ ਸੀ, ਗਰੇਵਾਲ ਸਾਹਿਬ ਮੈਂ ਤੁਹਾਨੂੰ ਦੱਸ ਰਿਹਾ, ਜੋ ਕੁਝ ਉੱਥੇ ਹਾਲਾਤ ਸੀ, ਹਰਿਆਣਾ ਦੇ ਅੰਦਰ ਇੱਕ ਬਹੁਤ ਵੱਡਾ ਵਿਦਰੋਹ ਖੜਾ ਹੋ ਰਿਹਾ ਤੁਹਾਡੇ ਖਿਲਾਫ। ਜਿਹੜੇ ਤੁਸੀਂ ਜਿੰਦੇ ਵੱਢੇ, ਜਿਹੜੇ ਤੁਸੀਂ ਉੱਥੇ ਧੱਕੇਸ਼ਾਹੀ ਕੀਤੀ, ਜਿਹੜੇ ਉੱਥੇ ਪੁਲਿਸ ਅੰਦਰ ਵੜੀ, ਤੁਸੀਂ ਮੈਨੂੰ ਦੱਸੋ ਕਿ ਚਲੋ ਇੱਕ ਵਾਰ ਜਵਾਬ ਲੈ ਲਓ ਜੀ। ਤੁਸੀਂ ਤਾਂ ਇਸ ਗੱਲ ਨੂੰ ਸਮਝਦੇ ਹੋ। ਮੈਂ ਗਰੇਵਾਲ ਸਾਹਿਬ ਤੁਹਾਡੇ ਕੋਲ ਵਾਪਸ ਆਉਣਾ, ਪਰ ਇੱਕ ਵਾਰੀ ਜਵਾਬ ਲੈ ਲਈਏ, ਠੀਕ ਹੈ, ਤੁਹਾਡੀ ਗੱਲ ਆ ਗਈ। ਮੈਂ ਹਰਜੀਤ ਗਰੇਵਾਲ ਜੀ ਦਾ ਰੁਖ ਕਰਾਂਗਾ, ਪਰ ਪਹਿਲਾਂ ਕਾਲਕਾ ਜੀ ਸਾਡੇ ਨਾਲ ਜੁੜੇ ਹੋਏ ਨੇ। ਕਾਲਕਾ ਜੀ ਦੇਖੋ, ਸਵਾਲ ਤੁਹਾਨੂੰ ਲੈ ਕੇ ਵੀ ਚੁੱਕ ਦਿੱਤੇ ਕਿ ਤੁਸੀਂ ਸੋਮਵਾਰ ਦਾ ਜ਼ਿਕਰ ਕੀਤਾ ਹੈ, ਐਤਵਾਰ ਵਾਲਾ ਨਹੀਂ ਕੀਤਾ ਜਿਸ ਦਿਨ ਤਾਲੇ ਤੋੜੇ ਗਏ, ਜੋ ਇਲਜ਼ਾਮ ਲਗਾਏ ਜਾ ਰਹੇ ਨੇ। ਤੁਹਾਨੂੰ ਲੱਗਦਾ ਹੈ ਕਿ ਇਹ ਦਖਲਅੰਦਾਜ਼ੀ ਹੈ ਸਿਆਸੀ ਤੌਰ ਦੇ ਉੱਤੇ ਕਿਸੇ ਪਾਰਟੀ ਦੀ, ਜਾਂ ਜਿਸ ਦੀ ਸਰਕਾਰ ਇਸ ਸਮੇਂ ਹਰਿਆਣਾ ਦੇ ਵਿੱਚ ਹੈ, ਕਿ ਬੀਜੇਪੀ ਦੀ ਤੁਹਾਨੂੰ ਦਖਲਅੰਦਾਜ਼ੀ ਨਜ਼ਰ ਆਉਂਦੀ ਹੈ? ਦੇਖੋ, ਸਰਕਾਰ ਜਿਹਦੀ ਮਰਜ਼ੀ ਹੋਏ, ਸਰਕਾਰ ਦਾ ਕੰਮ ਲਾਅ ਐਂਡ ਆਰਡਰ ਮੇਨਟੇਨ ਕਰਨਾ ਹੈ। ਔਰ ਉੱਥੇ ਕਬਜ਼ਾ ਲੈਣ ਵਾਸਤੇ ਜਿਹੜੇ ਲੋਕ ਗਏ ਨੇ, ਉਹਨਾਂ ਨੇ ਕਬਜ਼ਾ ਉਹਨਾਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਜਦ ਸੁਪਰੀਮ ਕੋਰਟ ਦੀ ਰੂਲਿੰਗ ਹੈ?
ਹੁਣ ਗੱਲ ਗਰੇਵਾਲ ਸਾਹਿਬ ਨੇ ਗੱਲ ਕਰਦੀ ਜੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਬਾਰੇ, ਜਿਹੜੇ ਇੰਨੀ ਸਤਿਕਾਰਯੋਗ ਸ਼ਖਸੀਅਤ ਨੇ, ਔਰ ਉਹਨਾਂ ਬਾਰੇ ਜਦ ਕਹਿ ਰਹੇ ਨੇ ਤੇ ਇਹ ਕਿਹਾ ਸਿਰਫ SGPC ਲਈ ਜਥੇਦਾਰ ਅਕਾਲ ਤਖਤ ਸਾਹਿਬ ਨੇ ਗੱਲ ਕਰਨੀ ਹੈ? ਹਰਿਆਣਾ ਦੇ ਸਿੱਖ ਅਕਾਲ ਤਖਤ ਸਾਹਿਬ ਦੇ ਅੰਡਰ ਨਹੀਂ ਆਉਂਦੇ, ਦਿੱਲੀ ਦੇ ਸਿੱਖ ਨਹੀਂ ਆਉਂਦੇ। ਤੇ ਜਥੇਦਾਰ ਸਾਹਿਬ ਨੇ ਜਿਹੜੀ ਗੱਲ ਕਰਨੀ ਹੈ, ਉਹਨਾਂ ਨੂੰ ਪਹਿਲੇ ਹਰਿਆਣਾ ਦੇ ਸਿੱਖਾਂ ਦਾ ਵੀ ਰੋਲ ਜ਼ਰੂਰ ਪਤਾ ਕਰਨਾ ਚਾਹੀਦਾ ਕਿ ਹਰਿਆਣਾ ਦੇ ਸਿੱਖਾਂ ਦੀ ਮੰਗ ਹੈਗੀ ਸੀ ਕਿ ਨਹੀਂ ਹੈਗੀ ਸੀ। ਮਗਰ ਗਰੇਵਾਲ ਸਾਹਿਬ ਸਿਰਫ SGPC, ਕਿਉਂਕਿ ਇੱਕ ਇਹਨਾਂ ਦੀ ਮੈਂਟਲ ਬਣ ਚੁੱਕੀ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਸਾਡਾ ਹੈ ਔਰ ਸਾਡੇ ਹੀ ਹੱਕ 'ਚ ਹੀ ਬੋਲਣਗੇ। ਸੋ ਮੈਂ ਸਮਝਦਾ ਕਿ ਜਥੇਦਾਰ ਸਾਹਿਬ ਨੇ ਜਿਹੜੀ ਵੀ ਗੱਲ ਕੀਤੀ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਦੇਖਦੇ ਹੋਏ ਕਿ ਉੱਥੇ ਅਗਰ ਇਹੋ ਜਿਹੇ ਕੰਮ ਹੋਇਆ ਤੇ ਗਲਤ ਹੋਇਆ, ਔਰ ਜਿਹਨੂੰ ਸਾਰੀ ਦੁਨੀਆ ਕਹਿ ਰਹੀ ਹੈ ਕਿ ਗਲਤ ਹੋਇਆ, ਜਿਹੜਾ ਧੱਕਾ ਮੁੱਕੀ ਹੋਈ ਉਹ ਗਲਤ ਹੋਇਆ। ਮਗਰ ਇੱਥੇ ਦੂਜੇ ਪਾਸੇ ਵੀ ਧਿਆਨ ਹੋਣਾ ਚਾਹੀਦਾ ਕਿ ਇਹ ਜਿਹੜੇ ਉਹਨਾਂ ਨੂੰ ਪ੍ਰਬੰਧ ਨੇ ਉਹਨਾਂ ਨੂੰ ਮਿਊਚੁਅਲੀ ਉਹਨਾਂ ਨੂੰ ਬਿਲਕੁਲ ਹੈਂਡਓਵਰ ਕਰਨੇ ਚਾਹੀਦੇ ਨੇ, ਕਿਉਂਕਿ ਸੁਪਰੀਮ ਕੋਰਟ ਦੀ ਰੂਲਿੰਗ ਹੈ। ਨਹੀਂ 1925 ਦਾ ਜ਼ਿਕਰ ਕਰਦੇ ਨੇ, ਕਹਿੰਦੇ ਗੁਰਦੁਆਰਾ ਐਕਟ ਹੈ ਨਾ, ਉਸ ਦੇ ਹਿਸਾਬ ਨਾਲ ਕਰੋ ਗੱਲਾਂ ਕਿ ਉਸ ਦਾ ਧਿਆਨ ਨਹੀਂ ਰੱਖਿਆ ਗਿਆ। ਇਨਫੈਕਟ ਜਥੇਦਾਰ ਸਾਹਿਬ ਨੇ ਵੀ ਉਹ ਜ਼ਿਕਰ ਕੀਤਾ ਹੈ। ਕਾਲਕਾ ਜੀ, ਕਿਹੜੇ ਐਕਟ ਦਾ, ਕਿਹੜੀ ਗੱਲ ਕਰ ਰਹੇ ਹੋ? ਜਿਹੜਾ ਗੁਰਦੁਆਰਾ ਐਕਟ 1925 ਦਾ ਉਹ ਜ਼ਿਕਰ ਕਰ ਰਹੇ ਨੇ। ਨਹੀਂ, ਜਦ ਐਕਟ ਦੇ ਮੁਤਾਬਿਕ ਹਰਿਆਣਾ ਕਮੇਟੀ SGPC ਕੋਰਟ 'ਚ ਜਾ ਕੇ ਕੇਸ ਹਾਰ ਰਹੀ ਹੈ ਔਰ ਕੋਰਟ ਉਹਨੂੰ ਮਾਨੀ ਕੋਰਟ ਜਿਹੜਾ ਸੁਪਰੀਮ ਕੋਰਟ ਹੈ ਉਹਨੂੰ ਆਦੇਸ਼ ਦੇ ਰਿਹਾ, ਉਹਦੇ 'ਚ ਐਕਟ ਦੀ ਗੱਲ ਤੇ ਆਉਂਦੀ ਨਹੀਂ। ਹੁਣ ਸੁਪਰੀਮ ਕੋਰਟ ਨੇ ਕਿਹਾ ਜੀ ਕਿ ਇਲੈਕਸ਼ਨ ਕਰਾਓ, ਜਿਸ ਤਰ੍ਹਾਂ ਗਰੇਵਾਲ ਸਾਹਿਬ ਕਹਿ ਰਹੇ ਆ, ਤੇ ਇਲੈਕਸ਼ਨ ਕਰਾਉਣ ਵਾਸਤੇ ਪ੍ਰਬੰਧ ਚਲਾਣਾ ਹੀ ਪਏਗਾ ਨਾ। ਜਦ ਤੱਕ ਇਲੈਕਸ਼ਨ ਨਹੀਂ ਹੁੰਦੀ ਉਹਦਾ ਪ੍ਰੋਸੈਸ ਨਹੀਂ ਬੰਦਾ, ਕੋਈ ਨਾ ਕੋਈ ਤੇ ਚਲਾਏਗਾ। ਔਰ ਉਹਦੇ ਕਰਕੇ ਸਰਕਾਰ ਨੇ ਅਗਰ ਇਨਵੋਲਵਮੈਂਟ ਕੀਤੀ ਤੇ ਸਰਕਾਰ ਨਾਲ ਬੈਠ ਕੇ ਗੱਲ ਕੀਤੀ ਜਾਏ ਤਰੀਕੇ ਨਾਲ। ਮਗਰ ਇਹ ਕੋਈ ਕੰਮ ਤੇ ਨਹੀਂ ਹੈ ਨਾ ਕਿ ਅਸੀਂ ਸਾਡੇ ਕੋਲ ਕਬਜ਼ੇ ਨੇ ਤੇ ਅਸੀਂ ਕਬਜ਼ੇ ਨਹੀਂ ਛੱਡਾਂਗੇ। ਗੱਲ ਤੇ ਸਿਰਫ ਐਵੇਂ ਕਿ ਇਹ ਮਿਊਚੁਅਲੀ ਕਿਉਂ ਨਹੀਂ ਦਿੱਤਾ ਗਿਆ ਕਬਜ਼ਾ, ਪਿਆਰ ਮੁਹੱਬਤ ਨਾਲ ਦੇ ਦਿੰਦੇ ਤੇ ਸ਼ਾਇਦ ਨੌਬਤ ਵੀ ਨਾ ਆਉਂਦੀ। ਗੁਰਚਰਨ ਗਰੇਵਾਲ ਜੀ, ਦੇਖੋ ਘੁੰਮ ਫਿਰ ਕੇ ਗੱਲ ਆਪਾਂ ਇੱਕ ਦਿਨ ਪਹਿਲਾਂ ਵੀ ਇਹੀ ਗੱਲ ਕਰ ਰਹੇ ਸੀ, ਜਿਹੜੇ ਤੁਹਾਡੇ ਵਿਰੋਧੀ ਉਹ ਕਹਿ ਰਹੇ ਕਿ ਜਦੋਂ ਸੁਪਰੀਮ ਕੋਰਟ ਤੁਸੀਂ ਗਏ, ਦਾਦੂਵਾਲ ਜੀ ਵੀ ਇਨਫੈਕਟ ਕਹਿ ਰਹੇ ਸੀ ਕਿ ਸੁਪਰੀਮ ਕੋਰਟ ਗਏ, ਜੇ ਉਹਨਾਂ ਦੇ ਆਦੇਸ਼ ਮੰਨਣੇ ਨਹੀਂ ਤਾਂ ਫਿਰ ਗਏ ਕਿਉਂ ਸੀ? ਜੇ ਹੁਣ ਉਹਨਾਂ ਨੇ ਆਦੇਸ਼ ਦੇ ਦਿੱਤੇ ਨੇ ਕਿ ਤੁਸੀਂ ਹੈਂਡਓਵਰ ਤੁਹਾਨੂੰ ਕਰਨਾ ਪਏਗਾ ਤਾਂ ਫਿਰ ਦੇ ਦੇਣੇ ਸੀ ਹੈਂਡਓਵਰ, ਗੱਲ ਖਤਮ ਹੋ ਜਾਂਦੀ ਹੈ। ਅਜਿਹੀ ਸਥਿਤੀ ਬਣਦੀ ਨਾ ਤਣਾਅਪੂਰਨ। ਅਸੀਂ ਤਾਂ ਇਹੋ ਹੀ ਗੱਲ ਕਰ ਰਹੇ ਨੇ। ਇਹਨਾਂ ਕੋਲੇ ਨਾ ਇੱਕ ਮੁੱਦਾ ਲੱਗਿਆ ਕਿ ਅਸੀਂ ਹਰਿਆਣੇ ਦੇ ਸਿੱਖਾਂ ਨੂੰ ਭੜਕਾਈਏ। ਕਾਲਕਾ ਜੀ, ਤੁਹਾਨੂੰ ਵੀ ਬੁਲਾਵਾਂਗੇ ਕਿਤੇ ਜਦੋਂ ਹਰਿਆਣੇ ਦੇ ਸਿੱਖਾਂ ਦੀ ਗੱਲ ਆਏਗੀ। ਜਥੇਦਾਰ ਸਾਹਿਬ ਨੇ ਹਰਿਆਣਾ ਦੇ ਸਿੱਖਾਂ ਦੀ ਭਾਵਨਾ ਦੀ ਗੱਲ ਕੀਤੀ ਹੈ। ਹਰਿਆਣੇ ਦੇ ਸਿੱਖ ਇਹਦੇ ਗਰੇਵਾਲ ਸਾਹਿਬ ਹਰ ਜਗ੍ਹਾ ਨੂੰ ਤਿਆਰ ਆ, ਕਿਤੇ ਪੰਥ ਦਾ ਮਸਲਾ ਹੋਏ ਸਾਨੂੰ ਸੱਦੇ ਹੀ ਨਹੀਂ ਨਾ ਤੁਸੀਂ। ਨਹੀਂ ਬੁਲਾਵਾਂਗੇ ਤੁਸੀਂ ਸਾਨੂੰ ਸੱਦਦੇ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿ ਇੰਨੀ ਬੀਜੇਪੀ ਦੀ ਤਰਫਦਾਰੀ ਨਾ ਕਰੋ। ਹੁਣ ਮੈਂ ਫੇਰ ਇਹ ਕਹਿਣਾ ਕਿ ਜਦੋਂ ਇਸ ਹਰਿਆਣੇ ਦੇ ਝਿੰਡਾ ਵੀ ਹਰਿਆਣੇ ਦਾ ਸੀ, ਝਿੰਡਾ ਸਾਹਿਬ ਹਰਿਆਣੇ ਦੇ ਸੀ, ਨਲਵੀ ਸਾਹਿਬ ਹਰਿਆਣੇ ਦੇ ਸੀ, ਆ ਦਾਦੂਵਾਲ ਹੁਣ ਜੇ ਪੂਛ ਚੱਕ ਕੇ ਤੁਰਿਆ ਫਿਰਦਾ, ਭਾਵੇਂ ਇਹਦੇ ਪੱਲੇ ਕੁਛ ਨਹੀਂ ਪਿਆ। ਮੈਨੂੰ ਹੈਰਾਨੀ ਇਸ ਗੱਲ ਦੀ, ਇਹ ਗੁੰਡਾਗਰਦੀ ਕਿਉਂ ਕਰ ਰਹੇ? ਅੱਜ ਵੀ ਗੁੰਡਾਗਰਦੀ ਕੀਤੀ ਹੈ ਇਹਨਾਂ ਨੇ ਤਰਤਾਨ ਗੁਰਦੁਆਰੇ। ਉੱਥੇ ਵਿਚਾਰਾ ਇੱਕ ਇੰਸਪੈਕਟਰ ਗਿਆ ਜਿਹੜਾ ਕਿ ਆਪਦੇ ਕਾਨੂੰਨ ਦੇ ਮੁਤਾਬਕ ਗੱਲ ਕਰ ਰਿਹਾ, ਆਪਦੇ ਕਾਨੂੰਨ ਮੁਤਾਬਕ ਜਾ ਰਿਹਾ ਕਿ ਜੀ ਉਹ ਆਪਣਾ ਹੈਲੋ ਤੁਹਾਡੀ ਆਵਾਜ਼ ਆ ਰਹੀ ਹੈ? ਹੈਲੋ, ਹਾਂ, ਕਾਨੂੰਨ ਦੇ ਹਾਂਜੀ। ਗਰੇਵਾਲ ਸਾਹਿਬ ਤੁਸੀਂ ਆਪਣੀ ਗੱਲ ਕੰਪਲੀਟ ਕਰ ਲਓ, ਥੋੜਾ ਜਿਹਾ ਨੈਟਵਰਕ ਇਸ਼ੂ ਲੱਗ ਰਿਹਾ ਸ਼ਾਇਦ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਥੋੜਾ ਜਿਹਾ ਟੈਕਨੀਕਲ ਇਸ਼ੂ ਲੱਗ ਰਿਹਾ ਕੁਝ। ਹੈਲੋ, ਮੈਂ ਕਾਲਕਾ ਜੀ ਤੁਹਾਡੇ ਕੋਲ ਆ ਰਿਹਾ। ਇੱਕ ਵਾਰੀ ਮੈਂ ਹਰਜੀਤ ਗਰੇਵਾਲ ਜੀ ਦਾ ਰੁਖ ਕਰ ਲਵਾਂ, ਉਮੀਦ ਹੈ ਕਿ ਮੇਰੀ ਆਵਾਜ਼ ਉਹਨਾਂ ਤੱਕ ਪਹੁੰਚ ਰਹੀ ਹੋਏਗੀ। ਹਰਜੀਤ ਗਰੇਵਾਲ ਜੀ, ਲਗਾਤਾਰ ਹੀ ਸਿਆਸੀ ਦਖਲਅੰਦਾਜ਼ੀ ਦਾ ਜ਼ਿਕਰ ਹੋ ਰਿਹਾ ਹੈ। ਤੁਸੀਂ ਉਸ ਦੇ ਉੱਪਰ ਪਹਿਲਾਂ ਵੀ ਕਮੈਂਟ ਦਿੱਤਾ, ਪਰ SGPC ਕਹਿ ਰਹੀ ਹੈ ਕਿ ਦੋ ਚੀਜ਼ਾਂ ਨੇ। ਇੱਕ ਤਾਂ ਜਥੇਦਾਰ ਸਾਹਿਬ ਇਸ ਮੁੱਦੇ ਦੇ ਉੱਤੇ ਬੋਲ ਰਹੇ ਨੇ, ਦੂਜਾ ਹਰਿਆਣਾ ਦੇ ਅੰਦਰ ਜਿਹੜੇ ਸਿੱਖ ਭਾਈਚਾਰਾ ਉਹ ਵਿਰੋਧ ਕਰ ਰਿਹਾ ਇਸ ਦਾ, ਔਰ ਹਰਿਆਣਾ ਦੀ ਸਰਕਾਰ ਇਸ ਨੂੰ ਦੇਖਣ ਦੇ ਲਈ ਰਾਜ਼ੀ ਨਹੀਂ, ਇਸ ਨੂੰ ਸਮਝਣ ਦੇ ਲਈ ਰਾਜ਼ੀ ਨਹੀਂ। ਉਹ ਤਾਂ ਇਹ ਵੀ ਕਹਿ ਰਹੇ ਨੇ ਕਿ ਅੰਦਰ ਇੱਕ ਵਿਦਰੋਹ ਖੜਾ ਹੋ ਜਾਏਗਾ ਜਿਸ ਤਰੀਕੇ ਨਾਲ ਘਟਨਾਕ੍ਰਮ ਵਾਪਰ ਰਿਹਾ। ਕੁਛ ਨਹੀਂ ਹੋਣ ਲੱਗਿਆ। ਪਹਿਲੀ ਗੱਲ ਇਹ ਸਮਝ ਲਓ ਕਿ ਇਹ ਜਗਦੀਸ਼ ਸਿੰਘ ਝਿੰਡਾ ਤੇ ਨਲਵੀ ਸਾਹਿਬ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਮਾਣ 'ਚ ਸਭ ਤੋਂ ਅੱਗੇ ਸੀ, ਔਰ ਇਹ ਉਸ ਵੇਲੇ ਹੁੱਡਾ ਸਾਹਿਬ ਦੇ ਪੱਖ 'ਚ ਖੜੇ ਹੋ ਗਏ ਸੀ। ਔਰ ਇਹਨਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਕਿ ਹਰਿਆਣਾ ਦੇ ਸਿੱਖਾਂ ਦੀ ਡਿਮਾਂਡ ਆ। ਉਸ ਵੇਲੇ BJP ਦਾ ਰਾਜ ਨਹੀਂ ਸੀ ਇੱਥੇ, ਸਟੇਟ ਗਵਰਨਮੈਂਟ ਹੁੱਡਾ ਸਾਹਿਬ ਦੀ ਸੀ। ਔਰ ਉਸ ਤੋਂ ਬਾਅਦ ਇਹ ਜਿਹੜਾ ਕਾਨੂੰਨ ਬਣ ਗਿਆ ਔਰ ਜਿਹੜੀ ਚੀਜ਼ ਸਾਹਮਣੇ ਆ ਗਈ, ਉਹ ਜਿਹੜੀ ਮੌਕੇ ਦੀ ਸਰਕਾਰ ਆ ਉਹਨੇ ਕਾਨੂੰਨ ਵਿਵਸਥਾ ਤੇ ਜਿਹੜੇ ਆਦੇਸ਼ ਹੁੰਦੇ ਆ ਉਸ ਨੂੰ ਲਾਗੂ ਕਰਨਾ ਹੁੰਦਾ। ਤੇ ਹੁਣ ਆ ਗਈ ਸਾਡੀ ਸਰਕਾਰ ਉੱਥੇ। ਹੁਣ ਇਹ BJP ਤੇ ਐਵੇਂ ਖਾਮ ਖਾਹ ਦੇ ਨਿਸ਼ਾਨੇ ਸਾਧੀ ਜਾਂਦੇ ਆ। ਜਦੋਂ ਸੁਪਰੀਮ ਕੋਰਟ ਤੁਸੀਂ ਗਏ ਹੋ, ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ
ਤੇ ਉਸ ਦੇ ਮੁਤਾਬਕ ਕੰਮ ਚਲਾਊ ਵਿਵਸਥਾ ਜਿਹੜੀ ਆ ਉਹ ਕੀਤੀ ਗਈ ਆ ਤੇ ਚੋਣਾਂ ਹੋਣੀਆਂ ਨੇ। ਚੋਣਾਂ ਜਿਹੜਾ ਜਿੱਤ ਕੇ ਆ ਜਾਊਗਾ ਉਹਦਾ ਪ੍ਰਬੰਧ ਵਿਵਸਥਾ ਦੇਖੂਗਾ। ਆਹ ਤਾਂ ਹੈਗੀ ਗੱਲ। ਤੇ ਉਹ ਲੋਕਾਂ ਨੂੰ ਗੁੰਮਰਾਹ ਕਰਨਾ, ਪੂਰੇ ਦੇਸ਼ ਨੂੰ ਗਲਤ ਮੈਸੇਜ ਦੇਣਾ, ਸਾਡੇ ਖਿਲਾਫ ਇੱਕ ਸਾਜ਼ਿਸ਼ ਤਹਿਤ ਸਿਆਸਤ ਤੋਂ ਪ੍ਰੇਰਿਤ ਬਿਆਨਬਾਜ਼ੀ ਕਰਨੀ ਹੈ, ਮੈਨੂੰ ਸਮਝ ਨਹੀਂ ਆਉਂਦਾ। ਅਸੀਂ ਤਾਂ ਉਹਦੇ 'ਚ ਕੋਈ ਦਖਲਅੰਦਾਜ਼ੀ ਦੇ ਹੀ ਨਹੀਂ ਰਹੇ। ਅਸੀਂ ਤਾਂ ਪਹਿਲਾਂ ਹੀ ਕਹਿਤਾ ਜਿਹੜੀ ਸਰਕਾਰ ਆ ਉਹ ਤਾਂ ਕਾਨੂੰਨ ਵਿਵਸਥਾ ਨੂੰ ਤਾਂ ਕਾਇਮ ਰੱਖੂਗੀ। ਤੇ ਦਾਦੂਵਾਲ ਜੀ ਵੀ ਇਹਦੇ ਪ੍ਰਧਾਨ ਰਹੇ ਨੇ। ਹੁਣ ਜਿਹਦੇ ਕੋਲ ਵਿਵਸਥਾ ਆ ਗਈ, ਜਿਹੜੇ ਪ੍ਰਧਾਨ ਬਣ ਗਏ ਉਹ ਸਾਰੇ ਇਕੱਠੇ ਨੇ ਤੇ ਹਰਿਆਣਾ ਦੇ ਸਿੱਖ ਇਕੱਠੇ ਹੋ ਕੇ ਆਪਣਾ ਜਿਹੜਾ ਹੈਗਾ ਪ੍ਰਬੰਧ ਲੈ ਰਹੇ ਆ। ਕੋਈ ਉਹਦੇ 'ਚ ਇਹ ਨਹੀਂ ਹੈ, ਉੱਥੇ ਵਿਰੋਧ ਕਰਨ ਵਾਲਾ ਕੋਈ ਨਹੀਂ ਹੈ। ਇਹ ਤਾਂ ਇੱਥੋਂ ਜਾਂਦੇ ਆ ਅੰਮ੍ਰਿਤਸਰ ਸਾਹਿਬ ਤੋਂ, SGPC ਦੀ ਤਰਫੋਂ। ਪਤਾ ਨਹੀਂ ਇਹਨਾਂ ਨੂੰ ਕੀ ਆ। ਜੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਦਾ ਪ੍ਰਬੰਧ ਬਹੁਤ ਵਧੀਆ ਚਲਾ ਰਹੀ ਹੈ ਤੇ ਜੇ ਉਹ ਚਲਾ ਰਹੀ ਹੈ ਉਹਨਾਂ ਨੂੰ ਚਲਾਉਣਾ ਚਾਹੀਦਾ। ਲੋਕਲ ਸਿੱਖਾਂ ਨੇ ਚਲਾਉਣਾ ਹੁੰਦਾ ਤੇ ਉੱਥੋਂ ਦੀ ਸੰਗਤ ਨਹੀਂ ਚਲਾਉਣਾ। ਤੇ ਸੰਗਤ ਹੀ ਹਮੇਸ਼ਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਰਦੀ ਹੈ। ਤੇ ਇਸੇ ਤਰ੍ਹਾਂ ਨਾਂਦੇੜ ਸਾਹਿਬ ਦਾ ਚੱਲ ਰਿਹਾ, ਇਸੇ ਤਰ੍ਹਾਂ ਪਟਨਾ ਸਾਹਿਬ ਦਾ ਚੱਲ ਰਿਹਾ। ਜੇ ਤੁਹਾਨੂੰ ਉਹਨਾਂ ਤੇ ਇਤਰਾਜ਼ ਨਹੀਂ ਤੇ ਤੁਹਾਨੂੰ ਇਹਦੇ ਤੇ ਕੀ ਇਤਰਾਜ਼ ਹੋ ਗਿਆ? ਤੇ ਇਹ ਇਸ ਕਰਕੇ ਉਹ ਫਿਰ ਸਾਡੀ ਪਾਰਟੀ ਦਾ ਇਹਦੇ 'ਚ ਕਾਹਦਾ ਰੋਲ ਆ ਗਿਆ? ਇਹ ਤਾਂ ਬਿਨਾਂ ਗੱਲਬਾਤ ਤੋਂ ਸਾਨੂੰ ਬਦਨਾਮ ਕਰ ਰਹੇ ਆ। ਗਰੇਵਾਲ ਸਾਹਿਬ ਦੇਖੋ, ਵਾਰ-ਵਾਰ ਇਹ ਵੀ ਪੁਆਇੰਟ ਉੱਠ ਰਿਹਾ ਕਿ ਤੁਸੀਂ ਹਰਿਆਣਾ ਦੀ ਵੱਖਰੀ ਕਮੇਟੀ ਨੂੰ ਲੈ ਕੇ ਬਹੁਤ ਇਤਰਾਜ਼ ਜਤਾਇਆ ਜਾਂ ਜਤਾ ਰਹੇ ਹੋ ਕਿ ਇਹਦਾ ਦਿੱਲੀ ਦੇ ਵਿੱਚ ਵੱਖ ਹੈ, ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਵੱਖ ਹੈ। ਦਿੱਲੀ ਕਮੇਟੀ ਜੀ ਪਹਿਲਾਂ ਹੀ ਵੱਖ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਨਹੀਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ, ਜੇਕਰ ਮੈਂ ਗਲਤ ਨਹੀਂ ਤਾਂ ਸ਼ਾਇਦ 1971 ਐਕਟ ਦਾ ਜ਼ਿਕਰ ਹੁੰਦਾ ਹੈ ਦਿੱਲੀ ਗੁਰਦੁਆਰਾ ਕਮੇਟੀ ਵਾਲਾ। ਨਹੀਂ, ਵੱਖਰੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਪਹਿਲਾਂ ਹੀ ਸੀ, ਵੱਖਰੀ ਬਣੀ ਆ ਇਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਇਹਦਾ ਸਿੱਧੇ ਤੌਰ ਤੇ ਸੰਬੰਧ ਨਹੀਂ ਸੀ। ਹਰਿਆਣਾ ਨੂੰ ਜਾਣ ਕੇ ਤੋੜਿਆ ਜਾ ਰਿਹਾ ਤਾਂ ਕਿ ਸਾਨੂੰ ਸਿੱਖਾਂ ਨੂੰ ਲੜਾਇਆ ਜਾਵੇ। ਹੁਣ ਮੈਨੂੰ ਗਰੇਵਾਲ ਸਾਹਿਬ ਇਹ ਦੱਸਣ, ਜਿਹੜੇ ਬੰਦੇ ਕੱਲ ਉੱਥੇ ਗਏ ਸੀ, ਜਿਹਨਾਂ ਨੂੰ ਅੱਜ ਛਡਾ ਕੇ ਲਿਆਏ ਆ, 9 ਬੰਦਿਆਂ ਨੂੰ ਜਿਹਨਾਂ ਨੂੰ ਛਡਾ ਕੇ ਲਿਆਏ ਆ, ਉਹਨਾਂ ਬੰਦਿਆਂ 'ਚ ਇੱਕ ਵੀ ਬੰਦਾ ਪੰਜਾਬ ਦਾ ਨਹੀਂ। ਗਰੇਵਾਲ ਸਾਹਿਬ ਕਿਉਂ ਤੁਸੀਂ ਗਲਤ ਬਿਆਨੀ ਕਿਉਂ ਕਰਦੇ ਹੋ? ਤੁਹਾਡੇ ਤੋਂ ਇਸ ਤਰ੍ਹਾਂ ਦੀ ਆਸ ਨਹੀਂ ਕੀਤੀ ਜਾਂਦੀ। ਤੁਸੀਂ ਬੜੇ ਸਿਆਣੇ ਹੋ, ਤੁਸੀਂ ਮਸਲਾ ਸੁਲਝਾਉਣ ਵਾਲੇ ਹੋ, ਤੁਸੀਂ ਮਸਲੇ ਉਲਝਾਉਣ ਵਾਲੇ ਨਹੀਂ। ਦਾਦੂਵਾਲ ਵਰਗੇ ਮਸਲੇ ਉਲਝਾ ਰਹੇ ਆ। ਮੈਂ ਕਹਿ ਰਿਹਾ ਤੁਹਾਡੇ ਬੀਜੇਪੀ ਦੇ ਰਾਹ ਵਿੱਚ ਕੰਡੇ ਬੀਜੇ ਜਾ ਰਹੇ ਆ। ਖਿਆਲ ਕਰਿਓ, ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਆ ਰਹੀ ਆ। ਜਿਹੜੀ ਉੱਥੋਂ ਦੀ ਸੰਗਤ ਆ ਹਰਿਆਣੇ ਦੀ, ਉਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਗੱਲ ਦਾ ਰੋਸ ਤੁਹਾਨੂੰ ਦਿਖਾਈ ਦੇਗਾ ਜੀ। ਬੰਦਾ ਸੀ 400 ਬੰਦਾ ਕੀ ਬੋਲ ਰਿਹਾ ਸੀ, ਤੁਹਾਨੂੰ ਉਸ ਦੀ ਬੋਲੀ ਸ਼ਾਇਦ ਸਮਝ ਨਹੀਂ ਲੱਗ ਰਹੀ। ਤੁਸੀਂ ਐਵੇਂ ਝੂਠ ਬੋਲ ਕੇ ਕਿ ਪੰਜਾਬ ਤੋਂ ਬੰਦੇ ਆਏ ਸ਼੍ਰੋਮਣੀ ਕਮੇਟੀ ਤੋਂ, ਕੋਈ ਬੰਦਾ ਸ਼੍ਰੋਮਣੀ ਕਮੇਟੀ ਤੋਂ ਨਹੀਂ ਗਿਆ, ਕੋਈ ਪੰਜਾਬ ਤੋਂ ਨਹੀਂ ਗਿਆ, ਤੁਹਾਡੇ ਹਰਿਆਣੇ ਦੇ ਬੰਦੇ ਸਾਰੇ। ਉਹ ਕਿਰਪਾ ਕਰਕੇ ਅੱਖਾਂ ਨਾ ਮਿਚੋ। ਨਹੀਂ ਗਰੇਵਾਲ ਸਾਹਿਬ, ਤੁਸੀਂ ਵੀ ਮੌਜੂਦ ਸੀ। ਦਾਦੂਵਾਲ ਜੀ ਇਹ ਕਹਿੰਦੇ ਨਜ਼ਰ ਆਏ ਨੇ, ਕਹਿੰਦੇ ਪੰਜਾਬ ਤੋਂ ਬੇਸ਼ੱਕ ਕੋਈ ਨਹੀਂ ਗਿਆ ਪਰ ਕੋਈ ਅੰਬਾਲਾ ਤੋਂ ਸੱਦਿਆ ਗਿਆ, ਕਿਸੇ ਨੂੰ ਯਮੁਨਾਨਗਰ ਤੋਂ ਸੱਦਿਆ ਗਿਆ, ਤਾਂ ਜਿੰਨੇ ਕੁ ਲੋਕ ਇਕੱਠੇ ਹੋਏ ਵੱਖ-ਵੱਖ ਥਾਵਾਂ ਤੋਂ। ਤਾਂ ਬੇਸਿਕਲੀ ਆਪਾਂ ਤਾਂ ਜਦੋਂ ਲੋਕਤੰਤਰ ਦੇ ਵਿੱਚ ਸੁਣਿਆ ਤਾਂ ਮੈਜੋਰਟੀ ਕਿਹੜੇ ਵਾਲੇ ਪਾਸੇ ਆ? ਉਹ ਦਾਅਵਾ ਕਰਦੇ ਨੇ ਕਿ ਕੁਝ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਵਿਰੋਧ ਹੋ ਰਿਹਾ, ਪਰ ਜ਼ਿਆਦਾਤਰ ਉਹ ਨੇ ਜਿਹੜੇ ਪੱਖ ਦੇ ਵਿੱਚ ਨੇ। ਇਨਫੈਕਟ ਤੁਸੀਂ ਸੁਣਿਆ ਹੋਏਗਾ ਜਿਹੜੇ ਇਸ ਸਮੇਂ HSG ਜਿਹੜੇ ਐਡਹੌਕ ਕਮੇਟੀ ਦੇ ਪ੍ਰਧਾਨ ਨੇ, ਉਹ ਕਹਿੰਦੇ 20 ਸਾਲ ਸੰਘਰਸ਼ ਕੀਤਾ ਹਰਿਆਣਾ ਦੇ ਸਿੱਖਾਂ ਨੇ। ਮੈਂ ਕਹਿੰਦਾ ਜੀ ਅਸੀਂ ਹਰਿਆਣਾ ਦੇ ਸਿੱਖਾਂ ਦਾ ਹੱਕ ਖੋਹ ਨਹੀਂ ਰਹੇ। ਅਸੀਂ ਤਾਂ ਕਹਿੰਦੇ ਉਹਨਾਂ ਦੇ ਹਰਿਆਣਾ ਦੇ ਸਿੱਖਾਂ ਹੱਕ ਦਿਓ। ਸਿੱਖਾਂ ਨੇ ਜਿਹੜੇ ਜਿਤਾ ਕੇ 11 ਮੈਂਬਰ ਭੇਜੇ ਸੀ ਤੇ ਹੁਣ ਫੇਰ ਵੋਟਾਂ ਕਰਾ ਲੈਣ ਤੇ ਉਹਨਾਂ ਨੂੰ ਦੇ ਦੇਣ। ਕੀ 2 ਮਹੀਨੇ ਨਾਲ 4 ਮਹੀਨੇ ਨਾਲ ਕੀ ਫਰਕ ਪੈਂਦਾ ਜੀ? ਇਸ ਗੱਲ ਕਰਕੇ ਉਹਨਾਂ ਨੇ ਆਪਣੇ ਬੰਦੇ, ਖੱਟੜ ਸਾਹਿਬ ਨੇ ਆਪਣੀ ਕਿਚਨ ਕੈਬਨਿਟ ਦੇ ਬੰਦੇ ਥੋਪੇ ਨੇ। ਜਨਰਲ ਸੈਕਟਰੀ ਉਹ ਬੰਦਾ ਬਣਾਇਆ ਜਿਹੜਾ ਅੰਮ੍ਰਿਤਧਾਰੀ ਨਹੀਂ ਹੈਗਾ। ਉਹਨੇ ਕਿਹਾ ਸੀ ਕਿ ਮੈਂਬਰ ਵੀ ਉਹ ਹੋਣੇ ਚਾਹੀਦੇ ਆ, ਵੋਟਰ ਵੀ ਹੋਣੇ ਚਾਹੀਦੇ ਆ। ਹੁਣ ਮੈਨੂੰ ਦੱਸ ਦਿਓ, ਜਿਹੜੇ ਆਪਣੇ ਕਾਲਕਾ ਜੀ ਦੱਸਣਗੇ ਕਿ ਤੁਹਾਡੀ ਸ਼੍ਰੋਮਣੀ ਕਮੇਟੀ ਦੇ ਵਿੱਚ ਅਲਾਉਡ ਆ ਵੀ ਕੋਈ ਅੰਮ੍ਰਿਤਧਾਰੀ ਜਿਹੜਾ ਮੈਂਬਰ ਕੋਈ ਵੀ ਹੋ ਸਕਦਾ। ਤੋ ਇਸ ਕਰਕੇ ਇਹਨਾਂ ਨੂੰ ਬੇਵਜ੍ਹਾ ਇਹਨਾਂ ਦੀ ਹਮਾਇਤ ਨਾ ਕਰੋ। ਇਹ ਗਲਤ ਗੱਲ ਆ। ਜਿਹੜੀ ਗੱਲ ਜਥੇਦਾਰ ਸਾਹਿਬ ਨੇ ਕਹੀ ਆ ਉਹ ਗੱਲ ਬਿਲਕੁਲ ਸਹੀ ਆ ਕਿ ਜਿੰਨੀ ਦੇਰ ਤੱਕ ਤੁਸੀਂ ਕਾਨੂੰਨਨ ਤੌਰ ਤੇ ਹਰਿਆਣੇ ਦੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਨਾਲ ਡੀ-ਨੋਟੀਫਾਈ ਨਹੀਂ ਕਰਦੇ, ਉਨੀ ਦੇਰ ਤੱਕ ਕਾਨੂੰਨ ਜਿਹੜਾ ਵਾ ਉਹ ਇਸ ਗੱਲ ਦਾ ਜਵਾਬ ਮੰਗੇਗਾ। ਅੱਜ ਤੁਹਾਡਾ ਰਾਜ ਹੈ, ਡੀ-ਨੋਟੀਫਾਈ ਕੌਣ ਕਰੇਗਾ? SGPC ਕਰੇਗੀ ਡੀ-ਨੋਟੀਫਾਈ ਦਾ ਖਿਆਲ ਰੱਖੋ। ਨਹੀਂ, ਡੀ-ਨੋਟੀਫਾਈ ਕੌਣ ਕਰੇਗਾ? ਪਾਰਲੀਮੈਂਟ ਨੇ ਕਰਨਾ। ਤੁਸੀਂ ਕਹਿ ਰਹੇ ਹੋ ਕਿ ਪਾਰਲੀਮੈਂਟ ਪਹਿਲਾਂ ਡੀ-ਨੋਟੀਫਾਈ ਹੋਣ, ਉਸ ਤੋਂ ਬਾਅਦ ਤੁਸੀਂ ਕਬਜ਼ਾ ਦਵੋਗੇ। ਪਾਰਲੀਮੈਂਟ ਇਹਨਾਂ ਦੇ ਗੁਰਦੁਆਰੇ ਡੀ-ਨੋਟੀਫਾਈ ਕਰੇਗੀ, ਫਿਰ ਇਹਨਾਂ ਨਾਲ ਜੁੜਨਗੇ। ਠੀਕ ਹੈ। ਕਾਲਕਾ ਜੀ ਕਾਨੂੰਨ ਹੈ। ਹੁਣ ਇੱਥੇ ਭਾਵੇਂ ਗਰੇਵਾਲ ਸਾਹਿਬ ਨੂੰ ਤਾਂ ਸ਼ਾਇਦ ਨਹੀਂ ਪਤਾ, ਕਾਲਕਾ ਜੀ ਨੂੰ ਪਤਾ, ਪਰ ਇਸ ਦੀ ਤਰਫਦਾਰੀ ਨਹੀਂ ਕਰਨਗੇ। ਮੈਂ ਗਰੇਵਾਲ ਸਾਹਿਬ ਤੁਹਾਡੀ ਗੱਲ ਦਾ ਸਰਕਾਰ ਆਪਣੀ ਪਾਰਲੀਮੈਂਟ ਨੂੰ ਨਹੀਂ ਜਵਾਬ ਲੈ ਜਾਈਏ। ਗੁਰਚਰਨ ਜੀ ਥੋੜੇ ਵੇਟ ਕਰੋ ਇੱਕ ਵਾਰੀ। ਕਾਲਕਾ ਜੀ ਮੈਂ ਤੇ ਇੱਕੋ ਗੱਲ ਕਹਿੰਦਾ ਕਿ ਜੇ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਉਹਨੂੰ ਮੰਨੋ। SGPC ਦੇ ਤੁਸੀਂ ਜਨਰਲ ਸਕੱਤਰ ਹੋ, ਅਕਾਲ ਤਖਤ ਨੂੰ ਤੁਸੀਂ ਨਹੀਂ ਮੰਨਦੇ, ਸੁਪਰੀਮ ਕੋਰਟ ਨੂੰ ਤੁਸੀਂ ਮੰਨਣਾ ਨਹੀਂ ਚਾਹੁੰਦੇ।
ਮੈਨੂੰ ਇਹ ਨਹੀਂ ਸਮਝ ਆਉਂਦੀ। ਅੱਜ ਜਥੇਦਾਰ ਸਾਹਿਬ ਨੇ ਇੱਕ ਬਿਆਨ ਦੇ ਦਿੱਤਾ ਜਿਹੜਾ ਤੁਹਾਨੂੰ ਛੂਟ ਕਰ ਰਿਹਾ ਤੇ ਅੱਜ ਤੁਸੀਂ ਉਹਨਾਂ ਦੇ ਬਾਰੇ ਬੋਲ ਰਹੇ ਹੋ। ਅੱਜ ਤੋਂ 8 ਮਹੀਨੇ ਪਹਿਲਾਂ ਅੱਜ ਤੁਸੀਂ ਤੁਹਾਡੇ ਪ੍ਰਧਾਨ ਸਾਹਿਬ ਨੇ ਤੁਹਾਡੇ ਪ੍ਰਧਾਨ ਸਾਹਿਬ ਨੇ ਅੱਜ ਤੋਂ 8 ਮਹੀਨੇ ਪਹਿਲੇ ਅੱਜ ਤੋਂ 8 ਮਹੀਨੇ ਪਹਿਲੇ ਜਥੇਦਾਰ ਸਾਹਿਬ ਨੂੰ ਕਿਹਾ ਸੀ ਮੈਂ ਪੀਟੀਸੀ ਦੇ ਖਿਲਾਫ ਜਿਹੜੀ ਕਾਰਵਾਈ ਕਰਾਂਗਾ ਔਰ 1 ਹਫ਼ਤੇ ਦੇ ਵਿੱਚ ਕਰਾਂਗਾ। ਤੁਸੀਂ ਤਦ ਕਿਉਂ ਨਹੀਂ ਕੀਤੀ? ਤਦ ਅਕਾਲ ਤਖਤ ਸਾਹਿਬ ਨੂੰ ਤੁਸੀਂ ਦਰਕਿਨਾਰ ਕਰ ਦਿੰਦੇ। ਅੱਜ ਤੁਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਨਾਲ ਇਸਤੇਮਾਲ ਆਪਾਂ ਅਕਾਲ ਤਖਤ ਨੂੰ ਉਹਨਾਂ ਇਸਤੇਮਾਲ ਕਰੀਏ ਜਿੰਨਾ ਕਿਉਂਕਿ ਅਕਾਲ ਤਖਤ ਸਾਂਝਾ ਹੈ। ਅਕਾਲ ਤਖਤ ਦੇ ਜਥੇਦਾਰ ਕਰਕੇ ਸਰ ਲੋਕਾਂ ਤੱਕ ਗੱਲ ਪਹੁੰਚ ਪਾਏਗੀ। ਮੈਂ ਗੁਰਚਰਨ ਜੀ ਤੁਹਾਡੇ ਕੋਲ ਆ ਰਿਹਾ, ਤੁਸੀਂ ਨਾਲ ਦੀ ਨਾਲ ਜਵਾਬ ਦਿਓ। ਇੱਕ ਵਾਰੀ ਕਾਲਕਾ ਜੀ ਨੂੰ ਕੰਪਲੀਟ ਕਰ ਲੈਣ ਦਿਓ। ਮੇਰੀ ਪੂਰੀ ਗੱਲ ਸੁਣ ਲਓ। ਜਿਹੜੀ ਗੱਲ ਕਹਿੰਦੇ ਨਾ ਆਪਣੇ ਪੀਡੀਸੀ ਦਾ ਜਿਹੜਾ ਅਧਿਕਾਰ ਹੈ ਉਹ ਜੁਲਾਈ ਤੱਕ ਹੈ। ਜੁਲਾਈ ਤੋਂ ਬਾਅਦ ਜੋ ਕੁਝ ਹੋਏਗਾ ਤੁਸੀਂ ਸਾਹਮਣੇ ਆ ਜਾਓ। ਜਿਹੜਾ ਕੁਝ ਸੰਗਤ ਕਰੇਗੀ ਉਹੀ ਫੈਸਲਾ ਹੋਏਗਾ। ਅਸੀਂ ਆਪਾਂ ਮੁੱਦੇ ਦੇ ਉੱਤੇ ਰਹੀਏ ਪਲੀਜ਼। ਇਹ ਜਥੇਦਾਰ ਇਹ ਪ੍ਰਧਾਨ ਸਾਹਿਬ ਨੂੰ ਅੱਗੇ ਆ ਕੇ ਬੋਲਣਾ ਚਾਹੀਦਾ ਸੀ। 1 ਹਫ਼ਤੇ ਦਾ ਟਾਈਮ ਲੈ ਕੇ ਜਥੇਦਾਰ ਸਾਹਿਬ ਦੀ ਗੱਲ ਨਹੀਂ ਮੰਨੀ। ਅੱਜ ਤੁਸੀਂ ਉਸ ਪਾਸੇ ਚੁਰ ਪਏ ਹੋ। ਮੈਂ ਜਾਣਾ ਨਹੀਂ ਚਾਹੁੰਦਾ ਉਸ ਪਾਸੇ ਵੱਲ। ਸਾਡਾ ਮਕਸਦ ਸਿਰਫ ਇੱਕੋ ਗੱਲ ਕਰਨਾ ਕਿ ਭਾਈ ਇਸ਼ੂ ਦੇ ਉੱਪਰ ਆ ਜਾਈਏ, ਫਿਰ ਡੀਰੇਲ ਨਹੀਂ ਹੋ ਜਾਏਗੇ। ਨਹੀਂ ਗੱਲ ਇਹੀ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਸਭ ਦੇ ਸਾਂਝੇ ਨੇ ਔਰ ਉਹਨਾਂ ਦੀ ਪੋਲੀਟੀਕਲ ਸਟੇਟਮੈਂਟ ਦੇ ਵਿੱਚ ਉਹਨਾਂ ਨੂੰ ਅੰਦਰ ਨਹੀਂ ਆਉਣਾ ਚਾਹੀਦਾ। ਬਾਕੀ ਉਹਨਾਂ ਦਾ ਅਸੀਂ ਸਾਰੇ ਸਤਿਕਾਰ ਕਰਦੇ ਹਾਂ ਜੋ ਹੁਕਮ ਕਰਨ, ਮਗਰ ਸੁਪਰੀਮ ਕੋਰਟ ਅਸੀਂ ਦੇਸ਼ ਦੇ ਵਿੱਚ ਰਹਿੰਦੇ ਆ ਤੇ ਸੁਪਰੀਮ ਕੋਰਟ ਦਾ ਵੀ ਸਾਨੂੰ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ। ਜੇ ਉਹਨਾਂ ਨੇ ਆਦੇਸ਼ ਦਿੱਤੇ ਨੇ ਤੇ ਇਹਨਾਂ ਨੂੰ ਐਮੀਕੇਬਲੀ ਉਹਦੇ ਪ੍ਰਬੰਧ ਦੇਣੇ ਚਾਹੀਦੇ ਨੇ। ਸਾਲ ਬਾਅਦ ਇਲੈਕਸ਼ਨਾਂ ਹੋ ਜਾਣੀਆਂ, ਇਲੈਕਸ਼ਨਾਂ 'ਚ ਜਿਹੜਾ ਜਿੱਤੇਗਾ ਉਹ ਪ੍ਰਬੰਧ ਸੰਭਾਲ ਲੇਗਾ। ਤੁਸੀਂ ਇਸ ਤਰਕ ਦੇ ਉੱਪਰ ਕਿੰਨਾ ਹਾਮੀ ਭਰਦੇ ਹੋ ਕਿ ਡੀਨੋਟੀਫਾਈ ਗੁਰੂ ਘਰ ਦਾ ਪ੍ਰਬੰਧ ਕਰਨਾ ਹੋਏਗਾ ਪਾਰਲੀਮੈਂਟ ਦੇ ਵਿੱਚ, ਉਸ ਤੋਂ ਬਾਅਦ ਹੈਂਡਓਵਰ ਦਿੱਤਾ ਜਾਏਗਾ, ਉਸ ਤੋਂ ਬਾਅਦ ਹਰਿਆਣਾ ਦੀ ਕਮੇਟੀ ਉਸ ਦੇ ਉੱਤੇ ਸੇਵਾ ਸੰਭਾਲ ਸਕਦੀ ਹੈ? ਦੇਖੋ ਇਸ ਬਾਰੇ ਮੇਰੇ ਲੀਗਲ ਐਕਸਪਰਟ ਦੱਸ ਸਕਦੇ ਨੇ, ਮੈਨੂੰ ਇਹਦੇ ਬਾਰੇ ਨਹੀਂ ਜਾਣਕਾਰੀ ਤੇ ਮੈਂ ਉਹਦੇ ਉੱਤੇ ਕਮੈਂਟ ਨਹੀਂ ਦੇਣਾ ਚਾਹੁੰਦਾ। ਬਟ ਮੈਨੂੰ ਇੰਨਾ ਪਤਾ ਹੈ ਕਿ ਜਦ ਪ੍ਰਬੰਧ ਚਲਾਣੇ ਨੇ ਉੱਥੇ ਇਲੈਕਸ਼ਨ ਕਰਾ ਕੇ ਦੁਬਾਰਾ ਚਲਾਣੇ ਨੇ ਤੇ ਉਹਨੂੰ ਤਦ ਤੱਕ ਦਾ ਟਾਈਮ ਤੇ ਦਿੱਤਾ ਜਾਏ। ਇੰਨੇ ਸਾਲਾਂ ਤੋਂ ਆਪਾਂ ਚਲਾ ਰਹੇ ਹਾਂ, ਕੀ ਹੋ ਗਿਆ ਜੇ ਅਗਰ ਸਾਲ 1.5 ਸਾਲ ਵਸੇ ਹਰਿਆਣਾ ਦੇ ਸਿੱਖ ਚਲਾ ਲੈਣਗੇ ਤੇ ਜ਼ਰੂਰੀ ਥੋੜੀ ਹੈ ਕਿ ਐਸਜੀਪੀਸੀ ਦਾ ਹੀ ਕਬਜ਼ਾ ਰਹਿਣਾ ਚਾਹੀਦਾ ਹਰ ਜਗ੍ਹਾ ਦੇ ਉੱਤੇ। ਜੇ ਹਰਿਆਣਾ ਦੇ ਸਿੱਖ ਉਹਦੇ ਉਹਨੂੰ ਸਾਲ ਵਸੇ ਚਲਾ ਲੈਣਗੇ ਤੇ ਉਸ ਤੋਂ ਬਾਅਦ ਪ੍ਰਬੰਧ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਾਸਤੇ ਇਲੈਕਸ਼ਨ ਕਰਾਤੀ ਜਾਏਗੀ। ਕਿਹੜਾ ਵੱਡੀ ਗੱਲ ਹੈਗੀ। ਗੁਰਚਰਨ ਜੀ, ਮੈਂ ਹਰਜੀਤ ਜੀ ਤੁਹਾਡੇ ਕੋਲ ਆ ਰਿਹਾ, ਥੋੜਾ ਜਿਹਾ ਵੇਟ ਕਰਿਓ। ਗੁਰਚਰਨ ਜੀ, ਮੈਂ ਹੈਰਾਨ ਹਾਂ ਵੀ ਦੇਖੋ ਕਿਰਾ ਕਾਲਕਾ ਜੀ, ਕੋਈ ਨਹੀਂ ਸਮਾਂ ਆਉਂਦਾ ਜਾਂਦਾ ਰਹਿੰਦਾ। ਤੁਸੀਂ ਪ੍ਰਬੰਧ ਦੀ ਗੱਲ ਕਰ ਰਹੇ ਹੋ। ਸੁਪਰੀਮ ਕੋਰਟ ਨੇ ਕਿਹਾ ਹੀ ਨਹੀਂ ਹੈ ਹੌਟ ਕਮੇਟੀ ਬਣਾਓ। ਸੁਪਰੀਮ ਕੋਰਟ ਨੇ ਕਿਹਾ ਹੀ ਨਹੀਂ, ਉਹਨੇ ਆਖਿਆ ਇਲੈਕਸ਼ਨ ਕਰਾਓ ਤੇ ਉਹਨਾਂ ਨੂੰ ਚਾਰਜ ਦਿਓ। ਜਿਹੜੀ ਹੁਣ ਤੁਸੀਂ ਗੱਲ ਕਰਦੇ ਹੋ ਉਹਦੇ ਵੱਲੋਂ ਝਿੰਡਾ ਸਾਹਿਬ ਫਿਰ ਹਰਿਆਣੇ ਤੋਂ ਬਾਹਰ ਦੇ ਸੀ, ਉਹ ਪਾਕਿਸਤਾਨੋਂ ਆਏ ਸੀ। ਉਹਨਾਂ ਨੂੰ ਤੁਸੀਂ ਲਾਹ ਕੇ ਬਣਾ ਰਹੇ ਹੋ ਤੇ ਤੁਸੀਂ ਆਪਣੀ ਕਿਚਨ ਕੈਬਨਿਟ ਬਣਾ ਰਹੇ ਹੋ ਸਾਰੀ। ਤੁਹਾਡੇ ਆਪਣੇ ਸਾਰੇ ਬੰਦੇ ਉੱਥੇ ਥੋਪ ਰਹੇ ਹੋ। ਕੀ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਵੀ ਆਪਣੇ ਬੰਦੇ ਥੋਪੋ ਤੇ ਇੱਥੇ ਨੋਟੀਫਿਕੇਸ਼ਨ ਕਰੋ ਕਿ 18 ਮਹੀਨੇ ਇਲੈਕਸ਼ਨ ਕਰਵਾਵਾਂਗੇ, ਜੇ ਨਹੀਂ ਹੋਣਗੇ 18 ਮਹੀਨੇ ਹੋਰ ਕਰਾਂਗੇ। 3 ਸਾਲ ਮੈਨੂੰ ਤੇ ਗਰੇਵਾਲ ਸਾਹਿਬ ਇੰਨਾ ਪਤਾ ਹੈ ਕਿ ਪਿਛਲੇ 10 ਸਾਲਾਂ ਤੋਂ ਜਦ ਹਰਿਆਣਾ ਕਮੇਟੀ ਦੀ ਮੰਗ ਹੁੰਦੀ ਰਹੀ ਹੈ, ਝਿੰਡਾ ਸਾਹਿਬ ਮੰਗ ਚੁੱਕਦੇ ਰਹੇ ਤੇ ਐਸਜੀਪੀਸੀ ਨੂੰ ਅਪੋਜ਼ ਕਰਦੀ ਰਹੀ ਹੈ। ਅੱਜ ਝਿੰਡਾ ਸਾਹਿਬ ਤੁਹਾਨੂੰ ਚੰਗੇ ਲੱਗਣ ਲੱਗ ਪਏ ਨੇ ਕਿਉਂਕਿ ਤੁਹਾਡੇ ਨਾਲ ਸਾਂਝ ਪਾ ਲਈ ਉਹਨਾਂ ਨੇ। ਮੈਨੂੰ ਤੇ ਤੁਹਾਡਾ ਸਟੈਂਡ ਹੀ ਨਹੀਂ ਪਤਾ। ਤੁਹਾਨੂੰ ਚੰਗੇ ਲੱਗ ਰਹੇ ਕਿਉਂ? ਸਾਨੂੰ ਕਿਉਂ ਚੰਗੇ ਲੱਗ ਰਹੇ? ਸਾਡੇ ਵਾਸਤੇ ਤੇ ਦੇਖੋ ਗੁਰੂ ਘਰ ਵਾਸਤੇ ਮੈਂ ਹਰ ਕਰਦਾ ਜੀ। ਹਰਿਆਣੇ ਵਾਲੇ ਸਿੱਖਾਂ ਦੀ ਗੱਲ ਕਰਦਾ। ਝਿੰਡਾ ਸਾਹਿਬ ਵੀ ਹਰਿਆਣੇ ਦੇ ਸਿੱਖੀ ਸੀ, ਉਹਨਾਂ ਨੂੰ ਚੱਕ ਕੇ ਬਾਹਰ ਮਾਰਿਆ ਜਿਹੜੇ ਇਸ ਗੱਲ ਦੀ ਮੁਖਾਲਫਤ ਕਰ ਰਹੇ ਆ। ਉਹਨਾਂ ਦੀ ਆਵਾਜ਼ ਨਹੀਂ ਹੈਗੀ, ਉਹ ਹਰਿਆਣੇ ਦੀ ਆਵਾਜ਼ ਨਹੀਂ ਹੈਗੀ। ਦਾਦੂਵਾਲ ਸਾਹਿਬ 2 ਸਾਲ ਤੋਂ ਪ੍ਰਧਾਨਗੀ ਕਰ ਰਹੇ ਆ। ਸਰਕਾਰ ਦੇ ਕਰਕੇ ਤੁਸੀਂ ਧਰਮ ਨੂੰ ਇਸ ਤਰ੍ਹਾਂ ਦੀ ਨੀਵਾ ਨਾ ਕਰੋ, ਬੇਅਦਬੀ ਨਾ ਕਰੋ, ਮਰਿਆਦਾ ਦਾ ਘਾਟ ਨਾ ਕਰੋ। ਹੁਣ ਮੈਨੂੰ ਦੱਸੋ, ਤੁਸੀਂ ਦੱਸੋ ਕਾਲਕਾ ਸਾਹਿਬ, ਤੁਹਾਡੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਦਰਸ਼ਕਾਂ ਨੂੰ ਇਹ ਜਿਹੜਾ ਬੇਦਬੀ ਦਾ ਲਫ਼ਜ਼ ਤੁਸੀਂ ਕੀਤਾ, ਪਹਿਲੀ ਗੱਲ ਤੇ ਸ਼ਬਦਾਂ ਨਾਲ ਬੇਦਬੀ ਨਹੀਂ ਹੁੰਦੀਆਂ, ਬੇਦਬੀਆਂ ਹੁੰਦੀਆਂ ਜਿਹੜੀ ਸੜਕਾਂ ਤੇ ਰੋਲੀਆਂ ਗਈਆਂ। ਬੇਦਬੀ ਦੀ ਗੱਲ ਤੁਸੀਂ ਸਾਡੇ ਨਾਲ ਨਾ ਕਰੋ, ਨਹੀਂ ਚੰਗਾ ਲੱਗਦਾ। ਸੋ ਇਸ ਕਰਕੇ ਚਲੋ ਇਹਦਾ ਮਤਲਬ ਜੇ ਪੁਲਿਸ ਬੂਟ ਪਾ ਕੇ ਤੁਹਾਡੇ ਕੀ ਨਾ ਗੁਰਦੁਆਰਾ ਸਾਹਿਬ ਦੇ ਬੰਗਲਾ ਸਾਹਿਬ ਦੇ ਅੰਦਰ ਆ ਜਾਏਗੀ ਤੇ ਤੁਸੀਂ ਮੈਂ ਤਾਂ ਪਹਿਲੀ ਗੱਲ ਕੀਤੀ ਹੈ ਮੈਂ ਤਾਂ ਪਹਿਲੀ ਗੱਲ ਕੀਤੀ ਹੈ ਕਿ ਬਹੁਤ ਮੰਦਭਾਗੀ ਗੱਲ ਹੈ ਅਗਰ ਇਹੋ ਜੀ ਗੱਲ ਉੱਥੇ ਹੋਈ ਹੈ ਤੇ ਇਸ ਗੱਲ ਨੂੰ ਤਾਂ ਕੋਈ ਡਿਨਾਈ ਕਰ ਹੀ ਨਹੀਂ ਸਕਦਾ। ਇਸ ਗੱਲ ਨੂੰ ਤਾਂ ਕੋਈ ਮਗਰ ਪ੍ਰਬੰਧ ਦਿੱਤਾ ਕਿਉਂ ਨਹੀਂ ਜਾ ਰਿਹਾ? ਤੁਸੀਂ ਪਹਿਲੀ ਗੱਲ ਤੇ ਆਓ ਕਿ ਪ੍ਰਬੰਧ ਦਿੱਤਾ ਕਿਉਂ ਨਹੀਂ ਜਾ ਰਿਹਾ? ਉਹ ਹਿਸਾਬ ਕਿਤਾਬ ਦਿੱਤੇ ਕਿਉਂ ਨਹੀਂ ਜਾ ਰਹੇ? ਪ੍ਰਬੰਧ ਦਿੱਤਾ ਕਿਉਂ ਨਹੀਂ ਜਾ ਰਿਹਾ? ਤੁਸੀਂ ਇਹ ਦੱਸੋ। ਪਿਛਲੇ ਇੱਕ ਵਾਰੀ ਪਹੁੰਚ ਕੀਤੀ, ਇੱਕ ਵਾਰ ਨਹੀਂ ਇਹ ਮੇਰਾ ਕੰਮ ਤੇ ਨਹੀਂ। ਮੈਂ ਨਾ ਹਰਿਆਣਾ ਦਾ ਸਿੱਖ ਹਾਂ, ਨਾ ਮੈਂ ਹਰਿਆਣਾ 'ਚ ਇੰਟਰਫੇਅਰ ਕਰਦਾ।
ਇਹ ਗੁੰਡਾਗਰਦੀ ਆ। ਨਹੀਂ ਗੁਰਚਰਨ ਜੀ, ਉਹ ਵਾਰ-ਵਾਰ ਉਹੀ ਪੁੱਛ ਰਹੇ ਕਿ ਤੁਸੀਂ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਕਿਉਂ ਹੈਂਡਓਵਰ ਨਹੀਂ ਕਰ ਰਹੇ, ਪ੍ਰਬੰਧ ਕਿਉਂ ਨਹੀਂ ਦੇ ਰਹੇ ਹਰਿਆਣਾ ਕਮੇਟੀ? ਕੋਈ ਗੱਲ ਕਰੂਗਾ, ਬੈਠੂਗਾ ਟੇਬਲ ਤੇ, ਹੈਂਡਓਵਰ ਕਰਾਂਗੇ। ਇਹ ਹੈਂਡਓਵਰ ਕਰਨਾ ਸਵਿਚ ਆਨ ਆਫ ਨਹੀਂ ਹੈਗੀ ਜੀ, ਸਵਿਚ ਆਨ ਆਫ ਨਹੀਂ ਹੈਗੀ। ਇਹਦੇ ਚ ਬੰਦੇ ਜਿਹੜੇ ਆ ਉੱਥੇ ਮੁਲਾਜ਼ਮ ਨੇ, ਉਹਨਾਂ ਨੇ ਚੇਂਜ ਹੋਣਾ, ਉੱਥੋਂ ਦੀ ਪ੍ਰਾਪਰਟੀਆਂ ਚੇਂਜ ਹੋਣੀਆਂ, ਉੱਥੋਂ ਦੀ ਗੋਲਕ ਚੇਂਜ ਹੋਣੀਆਂ, ਉੱਥੋਂ ਦੇ ਹੋਰ ਬੜੇ ਮਸਲੇ ਨੇ, ਸਾਡੀਆਂ ਸੰਸਥਾਵਾਂ ਨੇ। ਸੁਪਰੀਮ ਕੋਰਟ ਦੇ ਆਦੇਸ਼ ਜਿੰਨੇ ਕਿ ਮੈਂ ਪੜ੍ਹੇ ਨੇ ਗਰੇਵਾਲ ਸਾਹਿਬ, ਗੁਰਚਰਨ ਗਰੇਵਾਲ ਜੀ, ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਵਿੱਚ ਜ਼ਿਕਰ ਹੈ ਕਿ ਤੁਹਾਨੂੰ ਪ੍ਰਬੰਧ ਦੇਣੇ ਹੋਣਗੇ, ਤੁਹਾਨੂੰ ਪ੍ਰਬੰਧ ਹੈਂਡਓਵਰ ਕਰਨੇ ਹੋਣਗੇ। ਨਹੀਂ ਕਿਹਾ ਇਹ ਗੱਲ ਪ੍ਰਬੰਧ ਦੇਣੇ ਹੋਣਗੇ। ਤੁਸੀਂ ਕਹਿੰਦੇ ਹੋ ਕਿ ਸੁਪਰੀਮ ਕੋਰਟ ਦੇ ਆਰਡਰ ਦੇ ਵਿੱਚ ਜ਼ਿਕਰ ਨਹੀਂ ਹੈ। ਇਹ ਗੱਲ ਕਹੀ ਆ, ਮੈਨੂੰ ਦਿਖਾ ਦਿਓ ਮੈਨੂੰ ਕਿਤੇ ਜ਼ਿਕਰ ਹੈ ਤੇ ਪ੍ਰਬੰਧ ਦੇਣੇ ਹੋਣਗੇ। ਠੀਕ ਹੈ, ਹਰਜੀਤ ਗਰੇਵਾਲ ਜੀ, ਹਰਜੀਤ ਗਰੇਵਾਲ ਜੀ ਦਾ ਰੁਕ ਕਰੋ। ਹਰਜੀਤ ਗਰੇਵਾਲ, ਹਾਂਜੀ, ਮੈਂ ਇੱਕ ਚੀਜ਼ ਸਪਸ਼ਟ ਕਰ ਦਿੰਦਾ, ਮੇਰੀ ਪਾਰਟੀ ਦੀ ਤਰਫੋਂ ਮੈਂ ਬੋਲ ਰਿਹਾ। ਭਾਰਤੀ ਜਨਤਾ ਪਾਰਟੀ ਗੁਰਦੁਆਰਾ ਸਾਹਿਬਾਨ ਦੇ ਅੰਦਰ ਕੋਈ ਬੇਅਦਬੀ ਹੋਵੇ ਜਾਂ ਕੋਈ ਉਹਦੇ 'ਚ ਲੜਾਈ ਝਗੜੇ ਹੋਣ, ਉਸ ਦੇ ਪੱਖ 'ਚ ਨਹੀਂ ਹੈ। ਅਸੀਂ ਉਸ ਦੀ ਨਿੰਦਾ ਕਰਦੇ ਹਾਂ। ਔਰ ਦੂਸਰਾ, ਅਸੀਂ ਕਿਸੇ ਵੀ ਧਰਮ ਦੇ ਮਾਮਲਿਆਂ 'ਚ ਨਾ ਚੋਣਾਂ ਲੜਦੇ ਹਾਂ ਤੇ ਨਾ ਲੜਾਉਂਦੇ ਹਾਂ। ਤੇ ਇਹ ਚੋਣਾਂ ਲੜਨਾ ਖਾਲਸਾ ਦਾ ਕੰਮ ਆ, ਸਿੱਖ ਜਗਤ ਦਾ ਕੰਮ ਆ। ਕਿਹਨੇ ਪ੍ਰਬੰਧ ਕਰਨਾ ਉਹ ਉਹਨਾਂ ਦਾ ਕੰਮ ਆ, ਸਾਡਾ ਕੰਮ ਨਹੀਂ। ਐਜ਼ ਏ ਸਿੱਖ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੋਊਗਾ ਤਾਂ ਅਸੀਂ ਵੋਟ ਪਾਵਾਂਗੇ, ਕਿਸੇ ਨੂੰ ਵੀ ਪਾ ਦਿਆਂਗੇ, ਉਹ ਗੱਲ ਅਲੱਗ ਆ। ਉਹਦੇ ਲਈ ਪਾਰਟੀ ਦੀ ਤਰਫੋਂ ਕੋਈ ਅਪੀਲ ਨਹੀਂ ਕਰਾਂਗੇ। ਇਹ ਗੁਰਚਰਨ ਸਿੰਘ ਗਰੇਵਾਲ ਉਹਨਾਂ ਨੂੰ, ਇਹ ਜਨਰਲ ਸਕੱਤਰ ਨੇ, ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ। ਪਰ ਇਹ ਉੱਥੋਂ ਦੇ ਆ ਝਿੰਡਾ ਜੀ ਜਿਹੜੇ ਜਿਨ੍ਹਾਂ ਦੀ ਗੱਲ ਕਰਦੇ ਆ, ਇਹ ਕਮੇਟੀ ਬਣਵਾਉਣ ਦੇ ਵਿੱਚ ਮੇਨ ਯੋਗਦਾਨ ਇਹਨਾਂ ਨੇ ਪਾਇਆ ਉਸ ਵੇਲੇ। ਔਰ ਜਦੋਂ ਹੁਣ ਇਹਨਾਂ ਨੂੰ ਉਹਦੀ ਸੱਤਾ ਤੋਂ ਲਾਂਭੇ ਕੀਤਾ ਗਿਆ, ਨਹੀਂ ਉੱਥੇ ਆ ਸਕੇ, ਪ੍ਰਧਾਨ ਨਹੀਂ ਬਣ ਸਕੇ, ਤੇ ਪਹਿਲਾਂ ਦਾਦੂਵਾਲ ਜੀ ਬਣ ਗਏ, ਹੁਣ ਅਲੱਗ ਤੋਂ ਹੋਰ ਵਿਅਕਤੀ ਬਣ ਗਏ, ਤਾਂ ਉਸ ਦੇ ਨਾਲ ਇਹਨਾਂ ਨੂੰ ਇਹ ਹੋ ਗਿਆ ਕਿ ਸਾਨੂੰ ਇਹਦੀ ਲੀਡਰਸ਼ਿਪ ਕਿਉਂ ਨਹੀਂ ਮਿਲਦੀ, ਤਾਂ ਉਹ ਲੜਾਈ ਝਗੜਿਆਂ 'ਚ ਪੈ ਗਏ। ਅਸੀਂ ਤਾਂ ਇਸ ਲੜਾਈ ਝਗੜਿਆਂ ਦੀ ਵੀ ਨਿੰਦਾ ਕਰਦੇ ਹਾਂ ਕਿ ਗੁਰਦੁਆਰਿਆਂ ਦੀ ਤਾਂ ਸੇਵਾ ਤੇ ਸਿਮਰਨ ਦਾ ਸਿਧਾਂਤ ਆ, ਸੰਗਤ ਤੇ ਪੰਗਤ ਦੀ ਗੱਲ ਹੁੰਦੀ ਹੈ। ਉੱਥੇ ਕੋਈ ਕਬਜ਼ਿਆਂ ਦੀ ਗੱਲ ਥੋੜਾ ਹੁੰਦੀ ਹੈ। ਇਹ ਨਹੀਂ ਹੋਣਾ ਚਾਹੀਦਾ। ਇਸ ਦਾ ਜ਼ਰੂਰ ਇਸ ਤੋਂ ਗੁਰੇਜ਼ ਕਰੋ। ਜੋ ਮਾਨਯੋਗ ਸੁਪਰੀਮ ਕੋਰਟ ਦਾ ਆਦੇਸ਼ ਆ ਉਹਨੂੰ ਜ਼ਰੂਰ ਮੰਨ ਲਓ, ਉਹਦਾ ਆਦਰ ਕਰਨਾ ਸਾਡਾ ਫਰਜ਼ ਆ। ਜੇ ਤੁਹਾਨੂੰ ਉਹ ਆਰਡਰ ਠੀਕ ਨਹੀਂ ਲੱਗਿਆ, ਤੁਸੀਂ ਦੁਬਾਰਾ ਅਪੀਲ ਕਰ ਦਿਓ। ਅਸੀਂ ਤਾਂ ਇਹੀ ਕਹਿ ਸਕਦੇ ਹਾਂ। ਤੇ ਬਾਕੀ ਸਾਡਾ ਇਹਦੇ 'ਚ ਐਜ਼ ਏ ਪੋਲੀਟੀਕਲ ਪਾਰਟੀ ਕੋਈ ਰੋਲ ਨਹੀਂ। ਸਰਕਾਰ ਨੂੰ ਕਾਨੂੰਨ ਵਿਵਸਥਾ ਕਾਇਮ ਰੱਖਣੀ ਹੁੰਦੀ ਆ, ਉਹ ਕੋਈ ਵੀ ਸਰਕਾਰ ਰੱਖੇਗੀ। ਸਾਡੀ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਣਾਈ, ਹੁੱਡਾ ਸਾਹਿਬ ਦੀ ਸਰਕਾਰ ਬਣਾ ਕੇ ਗਈ ਹੈ। ਇਸ ਕਰਕੇ ਸਾਡਾ ਨਿੰਦਾ ਅਭਿਆਨ ਨਾ ਚਲਾਓ। ਮੈਂ ਤਾਂ ਇਹੀ ਇਹਨਾਂ ਨੂੰ ਕਹੂੰਗਾ। ਗੁਰਚਰਨ ਜੀ, ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਵਿੱਚ ਜਿਹੜਾ ਮੈਂਸ਼ਨ ਕੀਤਾ ਹੋਇਆ, ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ। ਉਹ ਲਾਈਨ ਲਿਖਦੇ ਨੇ ਕਿ the ਗੁਰਦੁਆਰਾ property in terms of section 2 of the Haryana Act means all movable and immovable properties of the ਗੁਰਦੁਆਰਾ or any institute which immediately before the appointed day, कि कोई भी institute होवे vested or was kept in deposit in the name of any board, trust, committee, gurdwara management or was being regulated under the provision of the 1925 act। मतलब ये है कि जेकर अपॉइंटेड डे तो पहला कोई बोर्ड, इंस्टीट्यूट या फिर कोई बोर्ड संस्था किसी गुरु घर का प्रबंध संभाल रही है तो भी इसके अंदर आए। अगलियां भी 3 लाइनां पढ़ लो प्लीज। अगलियां 3 लाइनां भी पढ़ दियो। तुसी पढ़ दो। अगलियां 3 लाइनां भी पढ़ दियो। The member of the committee have to be elected from the eligible voters who are Amritdhari Sikh, a Sikh and who is 18 year of age but not a Path Sikh and is not an insolvent, mentally retarded or the ਇਨਸਾਨ ਪਰਸਨ। ਸੋ ਇਹ ਕਮੇਟੀ ਬਣੇ ਚੋਣ ਹੋ ਕੇ, ਉਹਨਾਂ ਨੇ ਚੋਣ ਦੀ ਵਿਧੀ ਵੀ ਦੱਸੀ ਆ, ਤੇ ਉਹਨਾਂ ਨੂੰ ਦਿੱਤਾ ਜਾਵੇ। ਉਹਦਾ ਨਾਂ ਕੋਈ ਵੀ ਹੋਵੇ, ਉਹਦਾ ਨਾਂ ਹਰਿਆਣਾ ਕਮੇਟੀ ਹੋਵੇ, ਉਹਦਾ ਬੋਰਡ ਹੋਵੇ, ਕੁਝ ਵੀ ਹੋਵੇ। ਇਹਦੇ 'ਚ ਨਹੀਂ ਇਹ ਗੱਲ ਕਹੀ। ਨਹੀਂ ਗਰੇਵਾਲ ਸਾਹਿਬ, ਦੋ ਵੱਖ-ਵੱਖ ਚੀਜ਼ਾਂ ਹੋ ਗਈਆਂ, ਦੋ ਵੱਖ-ਵੱਖ ਚੀਜ਼ਾਂ ਹੋ ਗਈਆਂ। ਇੱਕ ਹੈ ਸੇਵਾ ਸੰਭਾਲ ਹੈਂਡਓਵਰ ਕਰਨੀ, ਤੇ ਦੂਜਾ ਕਮੇਟੀ ਦੇ ਮੈਂਬਰਾਂ ਨੂੰ ਲੈ ਕੇ ਵਿਵਾਦ। ਉਹ ਜਿਹੜਾ ਤੁਹਾਡਾ ਵਿਵਾਦ ਹੈ ਉਸ ਦੇ ਉੱਪਰ ਜ਼ਰੂਰ ਕੁਐਸਚਨ ਮਾਰਕ ਹੈ ਜੇ ਤੁਸੀਂ ਇਲਜ਼ਾਮ ਲਗਾ ਰਹੇ ਹੋ, ਪਰ ਜਿਹੜਾ ਹੈਂਡਓਵਰ ਕਰਨਾ ਹੈ, ਜਿਹੜਾ ਸੇਵਾ ਸੰਭਾਲ ਸੌਂਪਣੀ ਹੈ, ਉਸ ਨੂੰ ਲੈ ਕੇ ਵਿਵਾਦ ਕਿਉਂ ਹੈ? ਜੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਤੁਹਾਡੀ ਮੂਡ ਇਹਨਾਂ ਨੇ ਕਿਹਾ ਚੋਣ ਕਰਾਓ, ਚੋਣ ਕਰਾਓ, ਚੋਣ ਕਰਾਓ। ਮੈਂ ਤਾਂ ਇਹ ਵੀ ਗੱਲ ਕਰਦਾ, ਚਲੋ ਇਹ ਵੀ ਮੰਨ ਲਈ ਗੱਲ ਤੁਹਾਡਾ। ਹੁਣ ਕਿਉਂਕਿ ਸੱਤਾ ਵਾ, ਸਾਰੇ ਬੰਦੇ ਸੱਤਾ ਦੇ ਨਾਲ ਜੁੜੇ ਹੋਏ ਹੁੰਦੇ ਆ। ਮੈਨੂੰ ਇਹ ਦੱਸੋ ਕਿ ਕੋਈ ਵੀ ਜਿਹੜਾ ਪ੍ਰਬੰਧ ਹੈ ਉਸ ਨੂੰ ਲੈਣ ਵਾਸਤੇ ਤੁਸੀਂ ਮੈਨੂੰ ਦੱਸੋ ਕਿ ਦਾਦੂਵਾਲ ਆਪਣੇ ਦੱਸ ਦੇਣ, ਕਾਲਕਾ ਜੀ ਵੀ ਦੱਸ ਦੇਣ ਤੇ ਗਰੇਵਾਲ ਸਾਹਿਬ ਵੀ ਦੱਸ ਦੇਣ ਵੀ ਗੋਲਕ ਤੋੜ ਕੇ ਆਪਣਾ ਜਿੰਦਾ ਲਾ ਕੇ ਕੀ ਕਬਜ਼ਾ ਹੋ ਜਾਏਗਾ। ਬਹੁਤ ਲੰਬੀ ਪ੍ਰਕਿਰਿਆ ਜੀ। ਇੱਕ ਪੰਜਾਬ ਤੇ ਹਰਿਆਣਾ ਵੱਖ-ਵੱਖ ਹੋਏ ਸੀ, ਇਸ ਤਰ੍ਹਾਂ ਦੀ ਪ੍ਰਕਿਰਿਆ ਹੈ, ਛੋਟੀ ਜੀ ਗੱਲ ਨਹੀਂ ਹੈਗੀ। ਅਸੀਂ ਇਸ ਗੱਲ ਤੋਂ ਪਾਸੇ ਨਹੀਂ ਜਾਂਦੇ, ਪਰ ਹਰਿਆਣੇ ਦੇ
ਹਰਿਆਣੇ ਦੇ ਸਿੱਖਾਂ ਦਾ ਹੱਕ ਨਹੀਂ ਮਾਰਿਆ ਜਾਣਾ ਚਾਹੀਦਾ। ਉੱਥੇ ਠੋਸੇ ਹੋਏ ਬੰਦਿਆਂ ਨੂੰ 3 ਸਾਲ ਵਾਸਤੇ ਸੱਤਾ ਨਹੀਂ ਦੇਣੀ ਚਾਹੀਦੀ। ਗੁਰਦੁਆਰੇ ਦੇ ਪ੍ਰਬੰਧਾਂ ਵਿੱਚ ਜੋ ਹਾਲ ਹੋਇਆ ਉਹ ਹਾਲ ਸਾਨੂੰ ਸੰਕੇਤ ਦੇ ਰਿਹਾ। ਖੱਟਰ ਸਾਹਿਬ ਸਿਰ ਦੇ ਉੱਤੇ ਰਮਾਨ ਠੀਕ ਹੈ, ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਜਾਂ ਧੱਕੇ ਨਾਲ ਕਬਜ਼ਾ ਹੋਇਆ? ਪ੍ਰਕਿਰਿਆ ਸਹੀ ਨਹੀਂ ਹੈਗੀ। ਠੀਕ ਹੈ, ਇਹ ਗੁੰਡਾਗਰਦੀ ਆ। ਕਾਲਕਾ ਜੀ, ਇੱਥੇ ਹੋਈ ਹੈ ਇਸ ਗੱਲ ਦੀ। ਠੀਕ ਹੈ, ਕਾਲਕਾ ਜੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਹੈਂਡਓਵਰ ਹੋਣਾ ਚਾਹੀਦਾ ਸੀ ਜਾਂ ਗੱਲਬਾਤ ਤਾਂ ਹੋਣੀ ਚਾਹੀਦੀ? ਦੇਖੋ ਵੈਲਿਡ ਪੁਆਇੰਟ ਹੈ ਕਿ ਜਦੋਂ ਆਪਾਂ ਹੈਂਡਓਵਰ ਵੀ ਕਿਸੇ ਤੋਂ ਲੈਣਾ ਤਾਂ ਜਾ ਕੇ ਗੱਲ ਹੁੰਦੀ ਹੈ ਨਾ ਕਿ ਤੁਸੀਂ ਹੈਂਡਓਵਰ ਦਿਵੋ ਸਾਨੂੰ, ਸਾਡੇ ਕੋਲ ਸੁਪਰੀਮ ਕੋਰਟ ਦੇ ਆਰਡਰ ਨੇ। ਤਾਂ ਜੇ ਦੂਜੀ ਧਿਰ ਕਹਿੰਦੀ ਹੈ ਕਿ ਠੀਕ ਹੈ ਬੈਠੋ ਗੱਲਬਾਤ ਕਰੋ ਜਾਂ ਨਹੀਂ ਦਿੰਦੇ ਤਾਂ ਅਗਲਾ ਸਟੈਪ ਉਸ ਤੋਂ ਬਾਅਦ ਹੁੰਦਾ। ਇਹ ਕਹਿੰਦੇ ਧੱਕਾ ਕਰ ਰਹੇ ਆ, ਜਾ ਕੇ ਉੱਥੇ ਤਾਲੇ ਤੋੜ ਦਿੱਤੇ ਗਏ ਜਾਂ ਆਪਣੇ ਤਾਲੇ ਲਗਾ ਦਿੱਤੇ ਗਏ, ਇਸ ਤਰੀਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਹੋਈ ਹੈ। ਨਹੀਂ, ਮੈਂ ਤੇ ਉਹੀ ਕਹਿ ਰਿਹਾ ਕਿ ਗਰੇਵਾਲ ਸਾਹਿਬ ਜਿਹੜੀ ਗੱਲ ਕਰ ਰਹੇ ਨੇ, ਪਹਿਲੇ ਤਾਂ ਮੈਨੂੰ ਉਸ ਲਫ਼ਜ਼ ਦੀ ਡਿਕਸ਼ਨਰੀ ਜਾ ਕੇ ਚੈੱਕ ਕਰਨੀ ਪੈਣੀ ਕਿ ਗੁੰਡਾਗਰਦੀ ਦੀ ਡੈਫੀਨੇਸ਼ਨ ਕੀ ਹੈ। ਕਿ ਜਿਹੜੇ ਕਬਜ਼ੇ ਲੈਣ ਆਏ ਨੇ, ਜਿਨ੍ਹਾਂ ਨੂੰ ਕੋਰਟ ਨੇ ਆਦੇਸ਼ ਦਿੱਤਾ, ਉਹ ਗੁੰਡਾਗਰਦੀ ਕਰ ਰਹੇ ਨੇ ਜਾਂ ਜਿਹੜੇ ਰੋਕ ਰਹੇ ਨੇ ਉਹਨਾਂ ਨੂੰ ਉਹ ਕਰ ਰਹੇ ਨੇ। ਇਹ ਤੇ ਕਲੀਅਰ ਕਰਨ ਨਾ ਕਿ ਬਈ ਜਿਹੜਾ ਲੈਣ ਆਇਆ ਉਹਦਾ ਹੱਕ ਨਹੀਂ ਬਣਦਾ ਜਿਹਨੂੰ ਕੋਰਟ ਨੇ ਆਦੇਸ਼ ਦਿੱਤਾ। ਜਿਹੜਾ ਰੋਕ ਰਿਹਾ ਉਹ ਗੁੰਡਾਗਰਦੀ ਕਰ ਰਿਹਾ। ਸੋ ਇਹਨੂੰ ਲਾਅ ਐਂਡ ਆਰਡਰ ਨੂੰ ਸੰਭਾਲਣ ਵਾਸਤੇ ਸਰਕਾਰ ਆਪਣਾ ਕੰਮ ਕਰ ਰਹੀ ਹੈ। ਤਾਂ ਮੈਂ ਨਾ ਕਿਸੇ ਸਰਕਾਰ ਦੀ ਗੱਲ ਕਰਦਾ, ਨਾ ਮੈਂ ਪੁਲਿਸ ਦੀ ਗੱਲ ਕਰਦਾ। ਮੈਂ ਤੇ ਕਹਿੰਦਾ ਕਿ ਜਿਹੜਾ ਗੁਰੂ ਕਾ ਸਿੱਖ ਗਿਆ ਉਹਨੂੰ ਗੁਰੂ ਦੀ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਸੀ, ਉਹ ਕਿਸੇ ਵੀ ਧਿਰ ਦਾ ਹੋਵੇ। ਸੋ ਮਗਰ ਇਹ ਨਾ ਕਹੀਏ ਕਿ ਅਸੀਂ ਗੁੰਡਾਗਰਦੀ ਉਹਨਾਂ ਨੇ ਕੀਤੀ ਜਿਹੜੇ ਕਬਜ਼ਾ ਲੈਣ ਆਏ ਨੇ। ਗੁੰਡਾਗਰਦੀ ਉਹ ਵੀ ਤੇ ਕਹਿ ਸਕਦੇ, ਉਹ ਇਹ ਕਹਿ ਰਹੇ ਨੇ ਕਿ ਗੁੰਡਾਗਰਦੀ ਉਹਨਾਂ ਨੇ ਕੀਤੀ ਜਿਨ੍ਹਾਂ ਨੇ ਕਬਜ਼ਾ ਦਿੱਤਾ ਨਹੀਂ ਹੈ। ਸੋ ਅਸੀਂ ਜਦ ਕੋਰਟਾਂ ਨੂੰ ਦਰਕਿਨਾਰ ਕਰ ਦਿਆਂਗੇ ਤੇ ਇਹੋ ਜਿਹੇ ਹਾਲਾਤ ਹੋਣੇ ਬੜੇ ਲਾਜ਼ਮੀ ਨੇ ਔਰ ਇਹ ਹੋ ਰਹੇ ਨੇ। ਇਸ ਕਰਕੇ ਮੈਂ ਸਮਝਦਾ ਕਿ ਕੋਰਟਾਂ ਨੂੰ ਕੋਰਟ ਦਾ ਪੂਰਾ ਮਾਨ ਸਤਿਕਾਰ ਰੱਖਣਾ ਚਾਹੀਦਾ ਹੈ। ਗੱਲ ਜਿੱਥੋਂ ਆਪਾਂ ਡਿਬੇਟ ਸ਼ੁਰੂ ਕੀਤੀ ਸੀ ਔਰ ਜਥੇਦਾਰ ਸਾਹਿਬ ਨੂੰ ਸਭ ਦੇ ਸਾਂਝੇ ਨੇ, ਇਸ ਕਰਕੇ ਉਹਨਾਂ ਨੇ ਜਿਹੜਾ ਆਪਣਾ ਬਿਆਨ ਹੈ ਉਹ ਸਾਰਿਆਂ ਦਾ ਸਾਂਝਾ ਦੇਣਾ ਚਾਹੀਦਾ। ਹਰਜੀਤ ਗਰੇਵਾਲ ਜੀ, ਇਹ ਗੱਲਬਾਤ ਦੇ ਜ਼ਰੀਏ ਮਸਲਾ ਸੁਲਝ ਸਕਦਾ ਹੈ ਕਿ ਸਰਕਾਰ ਨੂੰ ਘੱਟੋ ਘੱਟ ਵਿਵਾਦ ਹੋਰ ਨਾ ਵਧੇ, ਉਸ ਵਾਲੇ ਮੁੱਦੇ ਦੇ ਉੱਤੇ ਆ ਕੇ ਗੱਲਬਾਤ ਦੋਵੇਂ ਧਿਰਾਂ ਦੇ ਵਿਚਾਲੇ ਕਰਵਾਉਣੀ ਚਾਹੀਦੀ ਹੈ? ਜਾਂ ਤੁਹਾਨੂੰ ਲੱਗਦਾ ਕਿ ਉਸ ਤਰੀਕੇ ਨਾਲ ਕੋਈ ਕਦਮ ਕੋਈ ਨਾ ਕੋਈ ਤਾਂ ਚੁੱਕੇ ਨਾ ਕਦਮ ਕਿ ਵਿਵਾਦ ਨਾ ਵਧੇ? ਵੈਸੇ ਜੇ ਸੇਵਾ ਤੇ ਸਿਮਰਨ ਦੇ ਸਿਧਾਂਤ ਤੇ ਚੱਲਣ ਨਾ ਜੀ ਕੋਈ ਝਗੜਾ ਹੈ ਹੀ ਨਹੀਂ। ਹਰਿਆਣਾ ਵਾਲੇ ਸਿੱਖਾਂ ਨੂੰ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਨੇ ਉਹ ਔਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਨੇ ਉਹ ਆਰਾਮ ਨਾਲ ਕੋਰਟ ਦਾ ਆਦੇਸ਼ ਇਹੀ ਹੈ ਕਿ ਉਹਨਾਂ ਨੂੰ ਚਾਰਜ ਹੈਂਡਓਵਰ ਕੀਤਾ ਜਾਵੇ ਤੇ ਉਹ ਹੈਂਡਓਵਰ ਕਰਕੇ ਜੋ ਚੋਣ ਇਹ ਜਲਦੀ ਕਰਵਾਉਣਾ ਚਾਹੁੰਦੇ ਨੇ ਜਲਦੀ ਕਰਵਾ ਲੈਣ। ਪਰ ਇਸ ਤਰ੍ਹਾਂ ਦੀ ਮਰਿਆਦਾ ਭੰਗ ਨਾ ਕਰਨ ਜਿਹਦੇ ਨਾਲ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਝੁਕੇ ਕਿ ਵੀ ਗੁਰਦੁਆਰਿਆਂ ਦੇ ਵਿੱਚ ਅਸੀਂ ਪ੍ਰਬੰਧਾਂ 'ਚ ਲੜਾਈ ਲੜ ਰਹੇ ਹਾਂ, ਕੀ ਚੱਕਰ ਹੈ ਕਿ ਉੱਥੋਂ ਕੋਈ ਕਿਸੇ ਨੇ ਖੱਟਣਾ ਥੋੜਾ, ਉੱਥੇ ਸੇਵਾ ਕਰਨੀ ਹੈ। ਤੇ ਇਸ ਲਈ ਜੋ ਕਾਲਕਾ ਜੀ ਨੇ ਜਿਸ ਤਰ੍ਹਾਂ ਗੱਲ ਕਹੀ ਹੈ ਬੜੀ ਅੱਛੀ ਗੱਲ ਕਹੀ ਹੈ ਤੇ ਮੈਂ ਸਮਝਦਾ ਉਹ ਬਿਲਕੁਲ ਦਰੁਸਤ ਹੈ ਔਰ ਇਹ ਝਗੜੇ ਨਹੀਂ ਹੋਣੇ ਚਾਹੀਦੇ। ਮਰਿਆਦਾ ਦਾ ਧਿਆਨ ਜ਼ਰੂਰ ਰੱਖਿਆ ਜਾਣਾ ਚਾਹੀਦਾ। ਠੀਕ ਹੈ, ਚਲੋ ਮੈਂ ਇੱਕ ਛੋਟਾ ਕਮੈਂਟ ਜ਼ਰੂਰ ਲਵਾਂਗਾ। ਗੁਰਚਰਨ ਗਰੇਵਾਲ ਜੀ, ਸ਼ੁਰੂਆਤ ਤੁਹਾਡੇ ਤੋਂ, ਕਿਉਂਕਿ ਇੱਕ ਦਿਨ ਪਹਿਲਾਂ ਵੀ ਜਦੋਂ ਚਰਚਾ ਹੋਈ ਹੈ ਤਾਂ ਹੁਣ ਪੁਆਇੰਟ ਇਹੀ ਘੁੰਮ ਫਿਰ ਕੇ ਆਉਂਦਾ ਹੈ ਕਿ ਵਿਵਾਦ ਨਾ ਹੋਵੇ, ਗੁਰੂ ਘਰ ਦੇ ਅੰਦਰ ਜੋ ਕੁਝ ਸੋਮਵਾਰ ਨੂੰ ਹੋਇਆ ਉਹ ਨਾ ਹੋਵੇ। ਜਥੇਦਾਰ ਸਟੇਟਮੈਂਟ ਬਹੁਤ ਵੱਡੀ ਦੇ ਰਹੇ ਨੇ, ਕਹਿ ਰਹੇ ਸਭ ਦੇ ਵਿਚਾਲੇ ਹੁਣ ਹੱਲ ਨਿਕਲੇਗਾ ਕਿਵੇਂ? ਕੋਈ ਗੱਲਬਾਤ ਦੀ ਮੈਂ ਕਹਾਂ ਕਿ ਕਦਮ ਅੱਗੇ ਵਧਾਏ ਨੇ, ਕੋਈ ਗੱਲਬਾਤ ਦੀ ਗੱਲ ਸ਼ੁਰੂ ਹੋਈ ਹੈ ਕਿ ਨਹੀਂ ਹੋਈ? ਕੋਈ ਹੈ ਕੋਈ ਪ੍ਰੋਸੀਜਰ ਤੁਹਾਨੂੰ ਲੱਗਦਾ ਕਿ ਇਸ ਨੂੰ ਫੋਲੋ ਕਰ ਲਿਆ ਜਾਵੇ ਤਾਂ ਸੌਰਟ ਆਊਟ ਹੋ ਜਾਏਗਾ? ਤੁਸੀਂ ਦੇਖੋ, ਵਿਵਾਦ ਦੀ ਗੱਲ ਇਥੋਂ 5 ਵਾਰੀ ਇੱਕ ਕਮੇਟੀ ਬਣਾਈ ਗਈ ਜਿਹੜੀ ਕਿ ਸਮੁੱਚੇ ਦੁਨੀਆ ਦੇ ਸੰਗਤ ਨੂੰ ਅਸੀਂ ਇਸ ਗੱਲ ਦੀ ਅਸਲੀਅਤ ਦੱਸਣੀ, ਸਾਨੂੰ ਜਾਣ ਨਹੀਂ ਦਿੱਤਾ ਗਿਆ। ਫਿਰ ਅਸੀਂ ਜਦੋਂ ਗਏ ਆ ਤੇ ਸਾਡੇ ਲਈ ਉੱਥੇ ਬਰਛੇ ਢਾਲੇ ਵਾਲੇ ਬੰਦੇ ਉੱਥੇ ਬਿਠਾਏ ਤੇ ਸਾਰੀ ਪੁਲਿਸ ਫੋਰਸ ਉਹ ਸਾਡੇ ਗਲ ਪਈ। ਇਹ ਅਸੀਂ ਇਸ ਕਰਕੇ ਕਿ ਅਸੀਂ ਇਹ ਚਾਹੁੰਦੇ ਸੀ ਕਿ ਇੱਥੇ ਸਾਡੀ ਕੋਈ ਲੜਾਈ, ਹਾਲਾਂਕਿ ਸਾਡੇ ਗਲ ਪਏ, ਤੁਹਾਨੂੰ ਵੀਡੀਓ ਭੇਜਾਂਗੇ, ਇਹ ਗਰੇਵਾਲ ਸਾਹਿਬ ਨੂੰ ਭੇਜਾਂਗੇ, ਕਾਲਕਾ ਜੀ ਨੂੰ ਭੇਜਾਂਗੇ। ਉਹ ਪੁਲਿਸ ਦਾ ਬੰਦਾ ਵਾ, ਉਹ ਸਿਰ ਤੇ ਹਰੀ ਪੱਗ ਬੰਨੀ ਆ ਉਹਨੇ, ਤੁਹਾਨੂੰ ਕੱਲ ਨੂੰ ਵੀਡੀਓ ਵੀ ਅਸੀਂ ਦੇਵਾਂਗੇ। ਸਰਕਾਰ ਪੁਲਿਸ ਨੇ ਵੀ ਇਹ ਗੱਲ ਕਹੀ ਆ ਉਹਦਾ ਵਿਹਾਰ ਗਲਤ ਸੀ। ਇਸ ਤਰ੍ਹਾਂ ਦੇ ਦਬਕੇ ਤੁਸੀਂ ਮਰਾ ਰਹੇ ਹੋ। ਤੁਸੀਂ ਕਹਿੰਦੇ ਹੋ ਬੀਜੇਪੀ, ਮੈਂ ਤਾਂ ਨਾ ਇਹ ਸ਼ਰੀਫ ਬੰਦੇ ਨੇ, ਦੱਸੋ ਗਰੇਵਾਲ ਸਾਹਿਬ ਨਾ ਸ਼ਰੀਫ ਬੰਦੇ ਨੇ ਜੋ ਭਾਰਤੀ ਜਨਤਾ ਪਾਰਟੀ ਦੀ ਗੱਲ ਨਹੀਂ ਸੁਣਦੀ। ਮਾਫ ਕਰਨਾ, ਇਹ ਗੁੱਸਾ ਨਹੀਂ ਕਰਨਗੇ ਇਸ ਗੱਲ ਦਾ। ਤੁਸੀਂ ਕਹਿੰਦੇ ਹੋ ਵੀ ਇਹ ਦਖਲ ਨਹੀਂ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਪਿਛਲੇ ਦਿਨ ਹੋਈ, ਬੀਬੀ ਜਗੀਰ ਕੌਰ ਨੂੰ ਜਿਤਾਉਣ ਵਾਸਤੇ ਕੁੱਲ ਬੀਜੇਪੀ ਦੇ ਪ੍ਰਧਾਨ ਨੇ ਨੱਡਾ ਸਾਹਿਬ ਤੋਂ ਲੈ ਕੇ ਥੱਲੇ ਤੱਕ ਸਾਰੀਆਂ ਫੋਰਸਾਂ ਨੇ ਕੰਮ ਕੀਤਾ। ਸਾਡੇ ਮੈਂਬਰਾਂ ਨੂੰ ਉਹਨਾਂ ਨੇ ਵਰਗਲਾਇਆ, ਉਹਨਾਂ ਨੂੰ ਦਬਕਾ ਬਣਾਇਆ, ਉਹਨਾਂ ਨੂੰ ਪਿਆਰ ਨਾਲ ਗੱਲ ਕੀਤੀ। ਤੁਸੀਂ ਮੈਨੂੰ ਦੱਸੋ ਕਿ ਸ਼੍ਰੋਮਣੀ ਜਿਹੜੀ ਬੀਜੇਪੀ ਦਖਲ ਨਹੀਂ ਦੇ ਰਹੀ? ਮੈਂ ਇਹ ਗੱਲ ਕਹਿ ਰਿਹਾ ਕਿ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਜਿਸ ਰਾਹ ਤੇ ਬੀਜੇਪੀ ਚੱਲ ਰਹੀ ਹੈ ਉਹ ਰਾਹ ਚੰਗਾ ਨਹੀਂ ਹੈ ਦੇਸ਼ ਵਾਸਤੇ। ਗਰੇਵਾਲ ਸਾਹਿਬ ਇਹਨਾਂ ਨੂੰ ਸਮਝਾਓ, ਕੋਈ ਸੁਣਦੇ ਵੀ ਹੋਣਗੇ ਕਿ ਸਿੱਖਾਂ ਦੇ ਨਾਲ ਕਾਹਦੇ ਲਈ ਬੇਲੋੜਾ ਪੰਗਾ ਲੈਣੇ ਹੋ। ਅਸੀਂ ਤੁਹਾਡੇ ਖਿਲਾਫ ਕਿੱਥੇ ਅਸੀਂ ਕਿਹਾ ਕਦੇ ਵੀ ਰਾਮ ਮੰਦਿਰ 'ਚ ਜਾ ਕੇ ਅਸੀਂ ਦਖਲ ਦੇਣਾ?
ਨਹੀਂ, ਇਸ ਤਰ੍ਹਾਂ ਕਰਕੇ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖਲ ਨਾ ਦਿਓ ਹੈ, ਪਰ ਦੇਖੋ ਸਿੱਖ ਸਰਬੱਤ ਦੇ ਭਲੇ ਦੀ ਗੱਲ ਜੇ ਕਰਦਾ ਕਾਲਕਾ ਜੀ ਜੁੜੇ ਹੋਏ ਨੇ, ਉਹ ਵੀ ਸਿੱਖ ਆਗੂ ਨੇ, ਹਰਜੀਤ ਗਰੇਵਾਲ ਜੀ ਜੁੜੇ ਹੋਏ ਨੇ, ਚਲੋ ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਜਿਹੜੀ ਗੱਲ ਤੁਸੀਂ ਬੀਜੇਪੀ ਨੂੰ ਲੈ ਕੇ ਕਹਿ ਰਹੇ ਹੋ, ਕਾਲਕਾ ਜੀ ਔਰ ਹਰਜੀਤ ਗਰੇਵਾਲ ਜੀ ਨਹੀਂ ਕਹਿੰਦੇ, ਜਾਂ ਹੋਰ ਸਿੱਖ ਆਗੂ ਜਿਹੜੇ ਐਸਜੀਪੀਸੀ ਨਾਲ ਜੁੜੇ ਹੋਏ ਉਹ ਕਹਿ ਰਹੇ ਨੇ, ਜਿਹੜੇ ਤੁਹਾਡੇ ਵਿਰੋਧੀ ਨੇ ਉਹ ਨਹੀਂ ਕਹਿੰਦੇ ਇਹ ਗੱਲ। ਨਹੀਂ ਹੁਣ ਕਾਲਕਾ ਜੀ ਤਾਂ ਬੀਜੇਪੀ ਦਾ ਹਿੱਸਾ ਨੇ ਤੇ ਗਰੇਵਾਲ ਸਾਹਿਬ ਤਾਂ ਬੀਜੇਪੀ ਦੇ ਅਹੁਦੇਦਾਰ ਨੇ, ਇਸ ਕਰਕੇ ਨਹੀਂ ਕਹਿਣਗੇ। ਤੁਸੀਂ ਬਾਰ-ਬਾਰ ਇੱਕੋ ਗੱਲ ਕਰਦੇ ਹੋ, ਇਸ ਗੱਲ ਦਾ ਮਨ ਚ ਭਾਵਨਾ ਪਾਓ, ਬੀਜੇਪੀ ਦਾ ਹਿੱਸਾ ਹੈ ਤੁਸੀਂ। ਮੈਂ ਕਿਹੜੀ ਬੀਜੇਪੀ ਦੀ ਸਾਂਝ ਤੁਹਾਡੀ ਰਹੀ ਬੀਜੇਪੀ ਨਾਲ, ਬੀਜੇਪੀ ਨਾਲ ਸਾਂਝਾਂ ਤੁਹਾਡੀਆਂ ਰਹੀਆਂ, ਸਰਕਾਰਾਂ ਦੇ ਭਾਈਵਾਲ ਤੁਸੀਂ ਬਣੇ, ਮੰਤਰੀਆਂ ਤੁਸੀਂ ਲਈਆਂ, ਉਹਦੇ ਵਿਚਾਰ ਕਰਨ ਦੀ ਕੋਈ ਲੋੜ ਨਹੀਂ। ਗੁੱਸਾ ਨਾ ਕਰੋ ਇਸ ਗੱਲ ਦਾ। ਮੈਂ ਤਾਂ ਇਹ ਗੱਲ ਕਰਦਾ ਕਿ ਬੀਜੇਪੀ ਇਸ ਗੱਲ ਨੂੰ ਸਮਝੇ ਕਿਉਂ ਸਿੱਖਾਂ ਦੇ ਨਾਲ ਇਹ ਪੰਗਾ ਲੈਂਦੀ ਹੈ। ਮੈਂ ਦੱਸਦਾ, ਮੈਂ ਅੱਜ ਤੁਹਾਨੂੰ ਦੱਸ ਰਿਹਾ ਸਿੱਖਾਂ ਦੀ ਉੱਥੋਂ ਦੀ ਮਾਨਸਿਕਤਾ ਕੀ ਹੈ, ਹਰਿਆਣਾ ਦੇ ਸਿੱਖਾਂ ਦੀ। ਇਹ ਆਉਣ ਵਾਲੇ ਦਿਨਾਂ ਵਿੱਚ ਗਰੇਵਾਲ ਸਾਹਿਬ ਪਤਾ ਲੱਗ ਜਾਏਗੀ। ਮੈਂ ਕੰਕਲੂਡ ਕਰਨਾ, ਮੈਂ ਇੱਕ ਕਾਲਕਾ ਦਾ ਰਿਐਕਸ਼ਨ ਜ਼ਰੂਰ ਲਵਾਂ, ਇਹਨੂੰ ਸੰਭਾਲੋ। ਕਾਲਕਾ ਜੀ ਦੇਖੋ, ਮੈਂ ਤੇ ਗਰੇਵਾਲ ਸਾਹਿਬ ਦੀ ਗੱਲ ਦੇ ਉੱਤੇ ਹੁਣ ਇਹ ਹਰ ਇੱਕ ਦੇ ਉੱਤੇ ਇਲਜ਼ਾਮ ਲਾਉਣ ਦੀ ਗੱਲ ਕਰਦੇ ਨੇ। ਮੈਂ ਤੇ ਹੁਣ ਇਹਦੇ ਕਿਉਂਕਿ ਵੱਡੇ ਨੇ, ਮੈਂ ਉਹਨਾਂ ਨੂੰ ਕੁਝ ਕਹਿਣਾ ਨਹੀਂ ਚਾਹੁੰਦਾ, ਮਗਰ ਇਹ ਆਪਣੇ ਅੰਦਰ ਇਹ ਕਹਿੰਦੇ ਨੇ ਜੀ ਕਿ ਮਾਨਸਿਕਤਾ ਪਤਾ ਚੱਲ ਜਾਏਗੀ। ਅਰੇ ਮਾਨਸਿਕਤਾ ਲੋਕਾਂ ਨੇ ਤੁਹਾਨੂੰ ਦਿਖਾਤੀ ਹੈ, ਤੁਹਾਡੀ ਪਾਰਟੀ ਬਾਰੇ ਦਿਖਾਤੀ ਹੈ ਕਿ ਤੁਹਾਡੀ ਕੀ ਮਾਨਸਿਕਤਾ ਰਹੀ ਹੈ, ਤੁਹਾਡੀ ਜਿਹੜਾ ਪੰਜਾਬ ਪ੍ਰਤੀ ਜਿਹੜਾ ਵਿਵਹਾਰ ਰਿਹਾ ਉਹ ਸਾਰੀ ਦੁਨੀਆ ਨੇ ਦੇਖ ਲਿਆ। ਸੋ ਇਸ ਕਰਕੇ ਆਪਾਂ ਉਸ ਪਾਸੇ ਦੀ ਗੱਲ ਨਾ ਕਰੀਏ। ਬਾਕੀ ਜੋ ਕੁਝ ਕੱਲ ਹੋਇਆ ਉਹ ਬੜਾ ਮੰਦਭਾਗਾ ਹੋਇਆ, ਔਰ ਉਹਨੂੰ ਖੱਟਰ ਸਾਹਿਬ ਨੂੰ ਵੀ ਚਾਹੀਦਾ ਉਹਦੇ ਉੱਤੇ ਮੰਥਨ ਕਰਨ, ਔਰ ਐਸਜੀਪੀਸੀ ਨੂੰ ਵੀ ਚਾਹੀਦਾ, ਔਰ ਐਸਜੀਪੀਸੀ ਨੂੰ ਜਿਹੜੇ ਕਮਾਂਡ ਕਰ ਰਹੇ ਨੇ ਅਕਾਲੀ ਦਲ, ਉਹਨੂੰ ਵੀ ਚਾਹੀਦਾ ਕਿ ਪਤਾ ਕਰੇ ਵੀ ਇਹ ਕਿਉਂ ਹੋਇਆ। ਕਿਉਂਕਿ ਤੁਸੀਂ ਇੱਕ ਮੋਡਸ ਆਪਰੈਂਡੀ ਬਣਾ ਰੱਖੀ ਹੈ। ਅੱਜ ਦਿੱਲੀ ਦੇ ਵਿੱਚ 6-8-7 ਮਹੀਨੇ ਹੋ ਗਏ ਕਬਜ਼ਾ ਕਰਕੇ ਤੁਸੀਂ ਦਫ਼ਤਰਾਂ ਦੇ ਵਿੱਚ, ਗੁਰੂ ਘਰ ਦੇ ਵਿੱਚ ਨਵਾਂ ਗੁਰਦੁਆਰਾ ਉੱਥੇ ਬਣਾਤਾ, ਉੱਥੇ ਅਖੰਡ ਪਾਠ ਤੁਸੀਂ ਲਗਾਤਾਰ ਉੱਥੇ ਚਲਾਤਾ ਆਪਣੇ ਦਫ਼ਤਰ ਦੇ ਵਿੱਚ। ਤੋਂ ਇਹ ਕਬਜ਼ੇ ਕਰਨ ਦੀਆਂ ਜਾਂ ਇਹ ਜਿਹੜੀਆਂ ਗੁੰਡਾਗਰਦੀ ਵਾਲੀ ਗੱਲਾਂ ਨੇ, ਇਹਦੇ ਬਾਰੇ ਨਾ ਗਰੇਵਾਲ ਸਾਹਿਬ ਜਗ ਜ਼ਾਹਿਰ ਕਰਨ, ਪਰਦੇ ਢੱਕੇ ਨੇ ਢੱਕੇ ਰਹਿਣ ਦਿਓ ਇਸ ਨਾਲ। ਬਟ ਜਿਹੜੀ ਮਰਿਆਦਾ ਦਾ ਧਿਆਨ ਰੱਖਿਆ ਜਾਏ, ਕਿਉਂਕਿ ਐਸਜੀਪੀਸੀ ਦੀ ਵੱਡੀ ਜ਼ਿੰਮੇਵਾਰੀ ਬੰਦੀ ਸੀ। ਮੈਂ ਸਮਝਦਾ ਕਿ ਅਗਰ ਕਿਸੇ ਨੇ ਕੋਈ ਗਲਤੀ ਕਰ ਵੀ ਰਿਹਾ ਸੀ ਤੇ ਐਸਜੀਪੀਸੀ ਇੱਕ ਪਾਸੇ ਤੁਸੀਂ ਆਪਣੇ ਆਪ ਨੂੰ ਸ਼੍ਰੋਮਣੀ ਕਹਿੰਦੇ ਹੋ, ਤੇ ਤੁਹਾਡੀ ਵੱਡੀ ਜ਼ਿੰਮੇਵਾਰੀ ਬੰਦੀ ਸੀ ਕਿ ਅਸੀਂ ਇਸ ਟਕਰਾਵ 'ਚ ਨਾ ਕਹਿ ਕੇ ਕਬਜ਼ਾ ਆਰਾਮ ਨਾਲ ਦਈਏ, ਉਹਨਾਂ ਨੂੰ ਹੈਂਡਓਵਰ ਕਰੀਏ, ਔਰ ਉਹ ਜਿਹੜਾ ਉਹਨਾਂ ਦਾ ਰਾਈਟ ਬੰਦਾ। ਹਰਜੀਤ ਗਰੇਵਾਲ ਜੀ, ਇੱਕ ਛੋਟੀ ਸਟੇਟਮੈਂਟ ਜ਼ਰੂਰੀ ਹੈ। ਗੁਰਚਰਨ ਗਰੇਵਾਲ ਜੀ ਕਹਿ ਰਹੇ ਨੇ ਕਿ ਬੀਜੇਪੀ ਸਿੱਖਾਂ ਦੇ ਮਸਲਿਆਂ 'ਚ ਦਖਲ ਨਾ ਦੇਵੇ, ਜਾਂ ਸਿੱਧੇ ਸ਼ਬਦਾਂ 'ਚ ਉਹਨਾਂ ਨੇ ਕਿਹਾ ਕਿ ਬੀਜੇਪੀ ਸਿੱਖਾਂ ਨਾਲ ਪੰਗੇ ਲੈ ਰਹੀ ਹੈ। ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਬੀਜੇਪੀ ਕੋਈ ਸਿੱਖਾਂ ਦੇ ਮਸਲਿਆਂ 'ਚ ਦਖਲ ਨਹੀਂ ਦੇ ਰਹੀ, ਔਰ ਅਸੀਂ ਤਾਂ ਆ ਕਾਲਕਾ ਜੀ ਬੈਠੇ ਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਅਧਿਅਕਸ਼ ਨੇ। ਅਸੀਂ ਤਾਂ ਇਹਨਾਂ ਦਾ ਵੀ ਸਾਰਿਆਂ ਦਾ ਸਤਿਕਾਰ ਕਰਦੇ ਆ। ਇਹਨਾਂ ਦੇ ਕੋਈ ਕਮੇਟੀ 'ਚ ਅਸੀਂ ਕਦੇ ਦਖਲਅੰਦਾਜ਼ੀ ਨਹੀਂ ਕੀਤੀ। ਸਿਰਸਾ ਜੀ ਸਾਡੇ ਮੈਂਬਰ ਨੇ ਤੇ ਸਿਰਸਾ ਜੀ ਵੀ ਹੁਣ ਦਖਲਅੰਦਾਜ਼ੀ ਨਹੀਂ ਕਰਦੇ। ਇਸ ਕਰਕੇ ਅਸੀਂ ਐਸਜੀਪੀਸੀ 'ਚ ਕੀ ਦਖਲ ਦੇਣਾ, ਅਸੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੀ ਦਖਲ ਦੇਣਾ। ਉਹ ਤਾਂ ਐਵੇਂ ਇਹਨਾਂ ਨੂੰ ਗਲਤਫਹਿਮੀ ਹੋਈ। ਜੋ ਕੋਰਟ ਦਾ ਆਦੇਸ਼ ਆਏਗਾ ਉਹ ਸਰਕਾਰ ਨੂੰ ਮੰਨਣਾ ਪੈਂਦਾ। ਤੇ ਔਰ ਇਹ ਕੋਈ ਬੇਅਦਬੀਆਂ ਜੇ ਕੋਈ ਕਰ ਵੀ ਰਿਹਾ, ਮਰਿਆਦਾ ਦਾ ਪਾਲਣ ਨਹੀਂ ਕਰ ਰਿਹਾ, ਅਸੀਂ ਉਸ ਦੀ ਨਿੰਦਾ ਕਰਦੇ ਹਾਂ। ਔਰ ਗਰੇਵਾਲ ਸਾਹਿਬ ਨੂੰ ਵੀ ਕਹਿੰਦੇ ਕਿ ਆਪਸ 'ਚ ਗੱਲਬਾਤ ਕਰਕੇ ਇਸ ਨੂੰ ਹੱਲ ਕਰ ਲੈਣ। ਠੀਕ ਹੈ, ਮੈਂ ਕੰਕਲੂਡ ਕਰਨਾ, ਪਰ ਗੁਰਚਰਨ ਗਰੇਵਾਲ ਜੀ ਫਾਈਨਲ ਕਮੈਂਟ ਤੁਹਾਨੂੰ ਜ਼ਰੂਰ ਤੁਸੀਂ ਆਪਣਾ ਇਸ ਦੇ ਉੱਪਰ ਰੱਖੋ। ਬੇਸਿਕਲੀ ਤੁਸੀਂ ਬੀਜੇਪੀ ਦੇ ਉੱਤੇ ਹਮਲਾਵਰ ਹੋ, ਔਰ ਬੀਜੇਪੀ ਸਿਰੇ ਤੋਂ ਕਹਿ ਰਹੀ ਹੈ, ਨਕਾਰ ਰਹੀ ਹੈ ਤੁਹਾਡੇ ਇਲਜ਼ਾਮਾਂ ਨੂੰ ਕਿ ਨਹੀਂ ਸਾਡੀ ਕੋਈ ਦਖਲਅੰਦਾਜ਼ੀ ਹੈ ਹੀ ਨਹੀਂ, ਕਿ ਤੁਸੀਂ ਜਿਹੜਾ ਚੀਜ਼ ਦੇ ਉੱਪਰ ਧਿਆਨ ਦੇਣ ਵਾਲੀ ਗੱਲ ਹੈ ਉੱਥੇ ਧਿਆਨ ਦਿਵੋ। ਮੈਂ ਤਾਂ ਤੁਹਾਨੂੰ ਸਿੱਧੇ ਸਬੂਤ ਦੇਤੇ ਆ ਜੀ ਕਿ ਅੱਜ ਉੱਥੇ ਕੀ ਕੁਝ ਸੀਗਾ, ਪੁਲਿਸ ਦਾ ਕਿਸ ਤਰ੍ਹਾਂ ਦਾ ਰਵੱਈਆ ਸੀ। ਇਹ ਠੀਕ ਹੈ, ਜਿਹੜਾ ਤੁਹਾਡਾ ਪੁਲਿਸ ਦਾ ਐਸਐਸਪੀ ਸੀਗਾ ਗਰੇਵਾਲ ਸਾਹਿਬ, ਉਹ ਠੀਕ ਬੰਦਾ ਸੀਗਾ, ਉਹ ਸਿਆਣਾ ਬੰਦਾ ਸੀ, ਉਹਨੇ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉੱਥੇ ਅੰਦਰ ਰਵੱਈਆ ਬਹੁਤ ਬੜਾ ਸੀ। ਤੇ ਕੱਲ ਜੇ ਉੱਥੇ ਅੱਜ ਵੀ ਦਾਦੂਵਾਲ ਗੁੰਡਾਗਰਦੀ ਕਰ ਰਿਹਾ ਤੇ ਵਿਚਾਰਾ ਇੱਕ ਇੰਸਪੈਕਟਰ ਚੁੱਕ ਕੇ ਕੁੱਟ ਦਿੱਤਾ, ਦੱਸੋ ਉਹਦਾ ਕੀ ਕਸੂਰ ਹੈ। ਦੂਸਰੀ ਜਿਹੜੀ ਹੈ ਇਹ ਕਾਲਕਾ ਜੀ, ਇਹ ਤੁਸੀਂ ਸਾਨੂੰ ਕਹਿੰਦੇ ਹੋ ਨਾ ਕਿ ਤੁਹਾਨੂੰ ਕੀ ਸ਼ੀਸ਼ਾ ਵਿਖਾਤਾ, 2 ਸਾਲ ਠਹਿਰ ਜਾਓ, ਤੁਹਾਡੇ ਵੀ ਇਲੈਕਸ਼ਨ ਆਉਣ ਵਾਲੀ ਇਹ ਚੀਜ਼ਾਂ ਤੁਹਾਨੂੰ ਵੀ ਦਿਖਾ ਦੇਣਗੇ। ਇਹ ਚੀਜ਼ਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਇਹ ਸਿਆਸਤ ਤੋਂ ਹਟ ਕੇ ਆਪਾਂ ਧਰਮ ਦੇ ਖੇਤਰ ਦੇ ਅੰਦਰ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਾ ਕਰੀਏ। ਇਹ ਕਿਉਂਕਿ ਇੱਕ ਸ਼ਾਂਤੀ ਵਾਲਾ ਮਸਲਾ ਵਾ, ਇੱਥੇ ਸਦਭਾਵਨਾ ਵਾਲਾ ਮਸਲਾ, ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਹੈਗੀ ਜਿਹੜੀ ਸਿੱਖ ਕੌਮ ਹੈ, ਇਸ ਦੀਆਂ ਭਾਵਨਾਵਾਂ ਨੂੰ ਸ਼ਾਂਤ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੀ। ਚਲੋ ਸ਼ੁਕਰੀਆ ਗੁਰਚਰਨ ਗਰੇਵਾਲ ਜੀ, ਤੁਹਾਡਾ ਵੀ ਧੰਨਵਾਦ। ਕਾਲਕਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਹਰਜੀਤ ਗਰੇਵਾਲ ਜੀ ਤੁਹਾਡਾ ਵੀ ਧੰਨਵਾਦ। ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਇਸ ਚਰਚਾ ਦੇ ਵਿੱਚ ਜੁੜਨ ਦੇ ਲਈ। ਖੈਰ, ਮੁੱਦਾ ਜਦੋਂ ਧਾਰਮਿਕ, ਜੋ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ, ਗੰਭੀਰ ਹੋ ਜਾਂਦਾ ਹੈ, ਸੰਵੇਦਨਸ਼ੀਲ ਹੋ ਜਾਂਦਾ ਹੈ ਕਿ ਉਸ ਦੇ ਉੱਤੇ ਜੇ ਗੱਲ ਹੋ ਰਹੀ ਹੈ ਜਾਂ ਉਸ ਦੇ ਉੱਤੇ ਕੋਈ ਵਿਵਾਦ ਹੋ ਰਿਹਾ ਜਾਂ ਦੋ ਧਿਰਾਂ ਸਾਹਮਣੇ ਨੇ, ਤਾਂ ਜਦੋਂ ਧਾਰਮਿਕ ਮਸਲਾ ਹੋਵੇ ਤਾਂ ਉਹ ਸੰਵੇਦਨਸ਼ੀਲ ਆਪਣੇ ਆਪ ਹੋ ਜਾਂਦਾ ਹੈ।